ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਰੋਜ਼ ਉਹੀਓ ਗੱਲਾਂ, ਰੋਜ਼ ਉਹੀਓ ਬਾਤਾਂ। ਮਹਿੰਗਾਈ ਵੱਧ ਗਈ ਹੈ ਜੀ, ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਹੈ ਜੀ। ਆਮ ਲੋਕਾਂ ਦਾ ਜੀਣਾ ਮੁਸ਼ਕਿਲ ਹੋ ਗਿਆ ਜੀ। ਘਰ ਦੇ ਬਜਟ ਹਿੱਲ ਗਏ ਨੇ ਜੀ। ਗੈਸ ਦੀ ਕੀਮਤ ਵੱਧ ਗਈ ਹੈ, ਪੈਟਰੋਲ ਦੀ ਕੀਮਤ ਵੱਧ ਗਈ ਹੈ, ਡੀਜ਼ਲ ਦੀ ਕੀਮਤ ਵੱਧ ਗਈ ਹੈ। ਹੁਣ ਬੰਦਾ ਕਰੇ ਤੇ ਕੀ ਕਰੇ। ਸਕੂਲ ਦੀਆਂ ਫੀਸਾਂ ਵੱਧ ਗਈਆਂ ਨੇ, ਘਰ ਦਾ ਸਾਰੇ ਬਜਟ ਹਿੱਲੇ ਪਏ ਨੇ। ਰੋਟੀ ਕਿਵੇਂ ਚਲਾਈਏ, ਖਰਚੇ ਕਿਵੇਂ ਪੂਰੇ ਕਰੀਏ, ਮੈਡੀਕਲ ਖਰਚੇ ਵੀ ਆ ਜਾਂਦੇ ਨੇ, ਕੁਝ ਨਵੀਂ ਚੀਜ਼ ਵੀ ਖਰੀਦਣੀ ਹੁੰਦੀ ਹੈ। ਤਿਉਹਾਰ ਵੀ ਆ ਗਏ ਨੇ, ਸੀਜ਼ਨ ਆ ਗਿਆ ਹੈ ਤਿਉਹਾਰਾਂ ਦਾ। ਕਰੀਏ ਤੇ ਕੀ ਕਰੀਏ, ਕਿਉਂਕਿ ਵੱਖ-ਵੱਖ ਥਾਂ ਦੇ ਉੱਤੇ ਸੇਲਾਂ ਲੱਗੀਆਂ ਹੋਈਆਂ ਨੇ। ਸੇਲ ਦੇਖ ਕੇ ਵੈਸੇ ਹੀ ਮਨ ਲਲਚਾ ਜਾਂਦਾ ਹੈ ਔਰ ਕਈ ਵਾਰ ਸੇਲ ਤੇ ਗਿਆ ਬੰਦਾ ਆਪਣੇ ਬਜਟ ਤੋਂ ਵੱਧ ਚੀਜ਼ਾਂ ਖਰੀਦ ਕੇ ਲੈ ਆਉਂਦਾ। ਸਸਤੇ ਦੇ ਵਿੱਚ ਚੱਕਰ 'ਚ ਹੀ ਆ ਜਾਂਦਾ ਹੈ। ਕੰਪਨੀਆਂ ਦੀ ਸਟ੍ਰੈਟਜੀ ਹੈ ਕਿਵੇਂ ਦਿਮਾਗ ਨੂੰ ਘੁਮਾ ਕੇ ਰੱਖਦੀਆਂ ਨੇ, ਪਰ ਆਮ ਲੋਕਾਂ ਦਾ ਦਿਮਾਗ ਉਂਝ ਵੀ ਘੁੰਮਿਆ ਪਿਆ ਹੈ। ਕਿਉਂਕਿ ਗਵਰਨਮੈਂਟ ਕਹਿੰਦੀ ਆ, ਸਾਡੀ ਗਵਰਨਮੈਂਟ ਆਫ ਇੰਡੀਆ ਕਹਿੰਦੀ ਹੈ ਕਿ ਵਾਇਰਸ 19 ਤੋਂ ਬਾਅਦ ਜਿਹੜੀ ਅਰਥ ਵਿਵਸਥਾ ਟਰੈਕ ਤੋਂ ਉਤਰੀ ਸੀ, ਉਹ ਮੁੜ ਕੇ ਅਸੀਂ ਟਰੈਕ ਤੋਂ ਲੈ ਆਏ ਹਾਂ ਉੱਪਰ, ਔਰ ਮੁੜ ਕੇ ਸਭ ਕੁਝ ਅਸੀਂ ਸੰਭਾਲ ਲਿਆ ਹੈ। ਸਭ ਕੁਝ ਅਰਥ ਵਿਵਸਥਾ ਨੂੰ ਬਿਲਕੁਲ ਅਸੀਂ ਸਹੀ ਦਿਸ਼ਾ ਵਿੱਚ ਲੈ ਕੇ ਜਾ ਰਹੇ ਹਾਂ। ਮਹਿੰਗਾਈ ਕੰਟਰੋਲ ਵਿੱਚ ਆ ਰਹੀ ਹੈ, ਸਾਡੀ ਕਰੰਸੀ ਵੀ ਮਜ਼ਬੂਤ ਹੋ ਰਹੀ ਹੈ। ਦੁਨੀਆ ਦੀਆਂ ਬਾਕੀ ਕਰੰਸੀਆਂ ਨਾਲੋਂ ਸਾਡੀ ਕਰੰਸੀ ਜ਼ਿਆਦਾ ਮਜ਼ਬੂਤ ਹੈ, ਸਾਡੀ ਇਕੋਨਮੀ ਵੀ ਜ਼ਿਆਦਾ ਮਜ਼ਬੂਤ ਹੈ। 5ਵੇਂ ਨੰਬਰ 'ਤੇ ਆ ਰਹੀ ਹੈ ਜੀ ਪੂਰੀ ਦੁਨੀਆ ਦੇ ਵਿੱਚ। ਉਹ ਆਪਣੇ ਅੰਕੜੇ ਪੇਸ਼ ਕਰਦੇ ਨੇ, RBI ਦੇ ਆਪਣੇ ਅੰਕੜੇ ਆ ਜਾਂਦੇ ਨੇ। ਫਿਰ ਉਸ ਤੋਂ ਬਾਅਦ ਫਾਈਨੈਂਸ ਮਿਨਿਸਟਰ ਆਪਣੇ ਅੰਕੜੇ ਦਿੰਦੇ ਨੇ। ਇਹ तमाम ਗੱਲਾਂ ਹੋ ਰਹੀਆਂ ਨੇ ਤੇ ਆਮ ਲੋਕ ਸੋਚਦੇ ਨੇ ਕਰੀਏ ਤੇ ਕੀ ਕਰੀਏ। ਇਹ ਅਸਲ ਵਿੱਚ ਗੱਲ ਕੀ ਹੈ? ਕਿਉਂਕਿ ਜਦੋਂ ਵਰਲਡ ਬੈਂਕ ਦੀਆਂ ਰਿਪੋਰਟਸ ਆਉਂਦੀਆਂ ਨੇ, ਇੰਟਰਨੈਸ਼ਨਲ ਮੋਨਿਟਰੀ ਫੰਡ ਦੀਆਂ ਰਿਪੋਰਟਸ ਆਉਂਦੀਆਂ ਨੇ, UNB ਇੱਕ ਪਿਕਚਰ ਪੇਸ਼ ਕਰਦੀ ਹੈ ਇੰਡੀਆ ਦੀ, ਤਾਂ ਉਹ ਇੱਕ ਅਲੱਗ ਪਿਕਚਰ ਹੈ, ਬੜੀ ਮਾਯੂਸੀ ਵਾਲੀ ਹੈ। ਉਹਦੇ ਮੁਤਾਬਿਕ ਤਾਂ ਇਹ ਹੈ ਕਿ ਜਦੋਂ ਸੰਨ 2023 ਦੇ ਵਿੱਚ ਹੋਰ ਜ਼ਿਆਦਾ ਮੰਦੀ ਦੀ ਹਾਲਾਤ ਪੈਦਾ ਹੋ ਸਕਦੇ ਨੇ ਦੁਨੀਆ ਦੇ ਵਿੱਚ, ਤਾਂ ਇੰਡੀਆ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ। ਲਿਵਿੰਗ ਔਨ ਦਾ ਐਜ ਵਾਲੀ ਗੱਲ ਹੋ ਚੁੱਕੀ ਹੈ, ਇਸ ਕਰਕੇ ਖਾਸ ਤਵੱਕੋ ਦੇਣੀ ਚਾਹੀਦੀ ਹੈ। ਕਿਉਂਕਿ ਬਾਕੀ ਸਾਰੀਆਂ ਐਵੇਂ ਗੱਲਾਂ ਨੇ, ਲਿਫਾਫੇਬਾਜ਼ੀ ਹੈ, ਅਸਲੀ ਗੱਲ ਕੁਝ ਹੋਰ ਹੈ। ਆਮ ਲੋਕਾਂ ਨੂੰ ਇਹ ਗੱਲ ਕਿਵੇਂ ਪਤਾ ਲੱਗੇ, ਸੱਚਾਈ ਦਾ ਕਿਵੇਂ ਪਤਾ ਲੱਗੇ, ਸੱਚਾਈ ਕਿਵੇਂ ਜਾਣਨ? ਕਿਉਂਕਿ ਆਮ ਲੋਕਾਂ ਦੀ ਇੱਕ ਸੀਮਾ ਹੈ, ਉਹਨਾਂ ਕੋਲ ਜਿਹੜੀ ਨਿਊਜ਼ ਪਹੁੰਚੇਗੀ ਉਹ ਉਸ 'ਤੇ ਵਿਸ਼ਵਾਸ ਕਰਨਗੇ, ਪਰ ਜੇ ਨਿਊਜ਼ ਹੀ ਗਲਤ ਪਹੁੰਚੇ ਤਾਂ ਉਹ ਕੀ ਵਿਸ਼ਵਾਸ ਕਰਨ? ਪਰ ਅਸੀਂ ਆਪਣੇ ਇਸ ਚੈਨਲ ਦੇ, ਅਸੀਂ ਆਪਣੇ ਇਸ ਪ੍ਰੋਗਰਾਮ ਤੋਂ ਇੱਕ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਸੱਚਾਈ ਪਹੁੰਚਾਉਣ ਦੀ ਇੱਕ ਪੁਰਜ਼ੋਰ ਕੋਸ਼ਿਸ਼ ਕਰੀਏ। ਜੇ ਸਾਡਾ ਸਾਥ ਦੇ ਰਹੇ ਨੇ ਸਾਡੇ ਮਾਹਿਰ ਮਹਿਮਾਨ ਡਾਕਟਰ ਰਾਜੀਵ ਖੋਸਲਾ, ਜਾਣੇ ਮਾਣੇ ਇਕੋਨੋਮਿਸਟ। ਤੁਸੀਂ ਉਹਨਾਂ ਤੋਂ ਜਾਣੂ ਆ, ਸਾਡੇ ਸ਼ੋਜ਼ ਦੇ ਵਿੱਚ ਆਉਂਦੇ ਰਹਿੰਦੇ ਨੇ। ਸਵਾਗਤ ਕਰਦੇ ਹਾਂ ਰਾਜੀਵ ਜੀ ਤੁਹਾਡਾ। ਵੈਲਕਮ ਟੂ ਦਾ ਸ਼ੋ ਪੰਜਾਬ ਚਰਚਾ। ਮਿਹਰਬਾਨੀ ਜੀ ਖੰਨਾ ਸਾਹਿਬ। ਸਾਰੇ ਜਿੰਨੇ ਵੀ ਸਾਡੇ ਮਹਿਮਾਨ ਨੇ, ਦੇਖਣ ਵਾਲੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਸਾਡੇ ਸਾਰਿਆਂ ਦਾ ਤਾਂ ਆਪਾਂ ਕਰਦੇ ਹਾਂ ਰਾਜੀਵ ਜੀ। ਇਹ ਜਿਹੜੇ ਅਸੀਂ ਖੁਸ਼ਹਾਲੀ ਦੇ ਦਿਨ ਚਾਹੁੰਦੇ ਸੀ, ਅੱਛੇ ਦਿਨ, ਉਹਨਾਂ ਦਾ ਸਵਾਗਤ ਕਰਨ ਦਾ ਮੌਕਾ ਨਹੀਂ ਮਿਲਿਆ ਸਾਨੂੰ। ਕਾਫੀ ਸਮਾਂ ਬੀਤ ਗਿਆ, ਘੁੰਮਣ ਘੇਰੀਆਂ ਜੀ ਪਏ ਹੋਏ ਆ, ਦਿਮਾਗ ਚੱਕਰਾ ਗਿਆ। ਹੁਣ ਦੱਸੋ ਇਹ ਕੀ ਮਾਜਰਾ ਕੀ ਹੈ, ਸਿਚੁਏਸ਼ਨ ਕੀ ਹੈ, ਅਸਲੀ ਗੱਲ ਹੈ ਕੀ? ਇਹ ਸਾਰੀਆਂ ਗੱਲਾਂ ਤਾਂ ਹੋ ਗਈਆਂ, ਕੋਈ ਕਹਿੰਦੇ ਨੇ ਰਿਊਮਰਸ ਨੇ, ਕੋਈ ਕਹਿੰਦਾ ਕੁਝ ਸੱਚਾਈ ਹੈ, ਪਰ ਅਸਲੀ ਗੱਲ ਤੁਹਾਡੀ ਖੋਜ ਕੀ ਕਹਿੰਦੀ ਹੈ? ਕਈ ਵਾਰੀ ਮੈਨੂੰ ਲੱਗਿਆ ਵੀ ਜਿਹੜਾ ਸੰਸਾਰ ਬੈਂਕ ਹੈ, ਜਿਹੜੇ ਉਹਨਾਂ ਨੇ ਅੰਕੜੇ ਦਿੱਤੇ ਹੈ ਜਾਂ ਜੋ ਹਿੰਦੁਸਤਾਨ ਦੇ ਬਾਰੇ ਉਹਨਾਂ ਨੇ ਪ੍ਰੋਜੈਕਸ਼ਨਸ ਦਿੱਤੀਆਂ ਨੇ, ਉਹਨਾਂ ਦੇ ਵਿੱਚ ਕੋਈ ਨਾ ਕੋਈ ਸੱਚਾਈ ਹੈ। ਐਤਕੀ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਸੰਸਾਰ ਬੈਂਕ ਨੇ ਇਹ ਗੱਲ ਕਹੀ ਹੈ ਕਿ ਜਿਹੜੇ 7 ਕਰੋੜ ਲੋਕ ਗਰੀਬੀ ਰੇਖਾ ਤੋਂ ਥੱਲੇ ਚਲੇ ਗਏ ਨੇ, ਉਹਦੇ ਵਿੱਚੋਂ ਦੀ 5.5 ਕਰੋੜ ਜਾਂ 5 ਕਰੋੜ 60 ਲੱਖ ਲੋਕ ਜਿਹੜੇ ਨੇ ਇਹਦੇ ਵਿੱਚੋਂ ਸਿਰਫ ਹਿੰਦੁਸਤਾਨ ਦੇ ਵਿੱਚੋਂ ਗਏ ਆ। ਤਾਂ ਇਹ ਜਿਹੜੇ ਅੰਕੜੇ ਨੇ, ਕਿਉਂਕਿ ਇਹ ਅੰਕੜੇ ਕਦੇ ਵੀ ਸਾਡੇ ਸਾਹਮਣੇ ਨਹੀਂ ਸੀ ਲਿਆਏ ਗਏ। 2011-12 ਤੋਂ ਬਾਅਦ ਸਾਡੇ ਕੋਲ ਕਦੇ ਵੀ ਸਰਕਾਰਾਂ ਨੇ, ਹਿੰਦੁਸਤਾਨ ਦੀਆਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਹਿੰਦੁਸਤਾਨ ਦੇ ਵਿੱਚ, ਉਹਨਾਂ ਨੇ ਇਹਦੇ ਬਾਰੇ ਕਦੇ ਵੀ ਕੋਈ ਚਰਚਾ ਨਹੀਂ ਕੀਤੀ, ਕੋਈ ਅੰਕੜੇ ਨਹੀਂ ਦੱਸੇ। 2015-16 ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਅਰਵਿੰਦ ਪਾਂਗੜੀਆ ਜੀ ਦੀ ਅਧਿਕਸ਼ਤਾ ਦੇ ਵਿੱਚ, ਵੀ ਉਹ ਗਰੀਬੀ ਰੇਖਾ ਨੂੰ ਡਿਫਾਈਨ ਕਰਨਗੇ ਵੀ, ਕਿਉਂਕਿ ਪੁਰਾਣੇ ਐਸਟੀਮੇਟਸ ਜਿਹੜੇ ਨੇ ਉਹ ਪੁਰਾਣੇ ਹੋ ਚੁੱਕੇ, ਬਹੁਤ ਪੁਰਾਣੇ ਹੋ ਚੁੱਕੇ, ਚਾਹੇ ਤੰਦੂਲਕਰ ਕਮੇਟੀ ਦੀ ਰਿਪੋਰਟ ਹੈ ਜਾਂ ਦੰਤੇਵਾੜਾ ਦੀ ਰਿਪੋਰਟ ਹੈ, ਉਹ ਜਿਹੜੀ ਹੈਗੀ ਨੇ ਲੱਕੜਾਵਾਲਾ ਦੀ ਰਿਪੋਰਟ ਹੈ, ਉਹ ਪੁਰਾਣੇ ਹੋ ਚੁੱਕੇ ਨੇ। ਹੁਣ ਜਿਹੜੀ ਹੈ ਨਵਿਆਂ ਦੀ ਗੱਲ ਹੋ ਰਹੀ ਸੀ, ਲੇਕਿਨ ਉਹ ਲੱਗਦਾ ਵੀ 2017 ਦੇ ਵਿੱਚ ਸੁਣਨ ਨੂੰ ਆਇਆ ਸੀ ਕਿ ਜਿਹੜੀ ਅਰਵਿੰਦ ਪਾਂਗੜੀਆ ਸਾਹਿਬ ਨੇ ਆਪਣੀ ਰਿਪੋਰਟ ਪੇਸ਼ ਕੀਤੀ, ਪਰ ਉਹਦੇ ਬਾਰੇ ਕਦੇ ਕੋਈ ਸਪਸ਼ਟ ਤੌਰ ਤੇ ਗੱਲ ਨਹੀਂ ਹੋਈ। ਇਹ ਨਹੀਂ ਪਤਾ ਲੱਗਾ ਉਹਦੇ ਚੋਂ ਵੀ
ਗਰੀਬੀ ਆਖਿਰ ਹਿੰਦੁਸਤਾਨ ਦੇ ਵਿੱਚ ਕਿੰਨੇ ਲੋਕ ਨੇ, ਗਰੀਬੀ ਕਿੰਨੀ ਹੈ, ਕਿੰਨੇ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਇਸ ਚੀਜ਼ ਦੇ ਬਾਰੇ ਕਦੇ ਕੋਈ ਚਰਚਾ ਨਹੀਂ ਸੀ ਹੋਈ। ਤਾਂ ਪਹਿਲੀ ਵਾਰੀ ਇਦਾਂ ਹੋਇਆ ਕਿ ਸਾਨੂੰ ਬੜੇ ਸਿੱਧੇ ਤੌਰ ਤੇ ਸੰਸਾਰ ਬੈਂਕ ਨੇ ਡਾਟਾ ਜਿਹੜਾ ਹੈ CMIE ਦੇ ਅੰਕੜੇ ਚੱਕੇ। ਇੱਕ ਪ੍ਰਾਈਵੇਟ ਸੰਸਥਾ ਹੈਗੀ ਹੈ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕੋਨਮੀ, ਉਹ ਹਫਤਾਵਾਰੀ ਵੀ ਮਹੀਨਾਵਾਰੀ ਵੀ ਆਪਣੀਆਂ ਰਿਪੋਰਟਾਂ ਦਿੰਦੀ ਹੈ। ਉਹਨਾਂ ਰਿਪੋਰਟਾਂ ਦੇ ਸਿਰ ਤੇ, ਇੱਕ ਪ੍ਰਾਈਵੇਟ ਸੰਸਥਾ ਦੀਆਂ ਰਿਪੋਰਟਾਂ ਦੇ ਸਿਰ ਦੇ ਉੱਤੇ ਵਰਲਡ ਬੈਂਕ ਨੇ ਇਹ ਤਸਵੀਰ ਜਿਹੜੀ ਹੈ ਇਹ ਉਭਾਰੀ ਹੈ ਬਈ ਹਿੰਦੁਸਤਾਨ ਦੇ ਵਿੱਚ ਗਰੀਬੀ ਜਿਹੜੀ ਹੈ ਬਹੁਤ ਜ਼ਿਆਦਾ ਹੈ। ਤਾਂ ਇਦਾਂ ਦੀ ਰਿਪੋਰਟ ਜਿਹੜੀ ਹੈ PEW ਦੀ ਰਿਪੋਰਟ ਆਪਾਂ ਪਹਿਲਾਂ ਵੀ ਚਰਚਾ ਕੀਤੀ ਹੈ, ਉਹ 2021 ਦੇ ਵਿੱਚ ਵੀ ਆਈ ਸੀ, ਜਿਹਦੇ ਚ ਉਹਨਾਂ ਨੇ ਕਿਹਾ ਸੀ ਵੀ 3 ਕਰੋੜ ਲੋਕ ਜਿਹੜੇ ਨੇ ਹਿੰਦੁਸਤਾਨ ਦੇ ਉਹ ਗਰੀਬੀ ਰੇਖਾ ਤੋਂ ਥੱਲੇ ਚਲੇ ਗਏ। ਤਾਂ ਹੁਣ ਜਦੋਂ ਇਹਨਾਂ ਦੇ ਮੱਦੇਨਜ਼ਰ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਲੱਗਦਾ ਵੀ ਹਿੰਦੁਸਤਾਨ ਦੇ ਵਿੱਚ ਗਰੀਬੀ ਜਿਹੜੀ ਹੈ ਬਹੁਤ ਜ਼ਿਆਦਾ ਹੋਈ ਹੈ। ਸਰਕਾਰ ਉਹਨੂੰ ਉਹਨਾਂ ਨਹੀਂ ਦੱਸ ਰਹੀ, ਨਹੀਂ ਦਰਸਾ ਰਹੀ, ਸਰਕਾਰ ਦੇ ਅੰਕੜੇ ਉਹਨੂੰ ਨਹੀਂ ਦੱਸ ਰਹੇ, ਪਰ ਅਸਲ ਦੇ ਵਿੱਚ ਸਮੱਸਿਆ ਜ਼ਿਆਦਾ ਹੈ। ਔਰ ਇਹ ਜਿਹੜੇ ਅੰਕੜੇ ਹੈ ਖੰਨਾ ਸਾਹਿਬ 2020-21 ਤੱਕ ਦੇ ਹੈ। ਜੇ ਆਪਾਂ 2021-22 ਦੀ ਗੱਲ ਕਰਦੇ ਹਾਂ, ਖਾਸ ਕਰਕੇ 22 ਤੋਂ ਬਾਅਦ ਜਿਹੜਾ ਇਹ ਜਦੋਂ ਤੋਂ ਇਹ ਰੂਸ ਤੇ ਯੂਕਰੇਨ ਦੀ ਜੰਗ ਸ਼ੁਰੂ ਹੋਈ ਹੈ, ਜਿਹਦੇ ਕਾਰਨ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਹਰ ਇੱਕ ਵਸਤੂ ਦੀ ਕੀਮਤ ਜਿਹੜੀ ਹੈ ਬਹੁਤ ਵੱਧ ਗਈ ਹੈ। ਤਾਂ ਉਹਦੇ ਨਾਲ ਕੀ ਹੋਇਆ, ਲੋਕ ਹੋਰ ਵੀ ਜ਼ਿਆਦਾ, ਇਹ ਜਿਹੜਾ 5.5 ਕਰੋੜ ਦੀ ਫਿਗਰ ਉਹਨਾਂ ਨੇ ਦਿੱਤੀ ਹੈ, ਤਾਂ ਮੈਨੂੰ ਖਦਸ਼ਾ ਹੈ ਕਿ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਨਿਕਲ ਜਾਵੇ। ਇਸ ਤੋਂ ਵੀ ਜ਼ਿਆਦਾ ਨਿਕਲ ਜਾਏ, ਮੈਨੂੰ ਵੀ ਇਹ ਲੱਗਦਾ ਪਿਆ ਹੈ, ਕਿਉਂਕਿ ਜੋ ਗਰੋਥ ਰੇਟ ਹੈ ਉਹ ਵੀ ਮਤਲਬ ਰੀਵੈਲੂਏਟ ਕਰਦੇ ਪਏ ਨੇ, ਰੀਐਸਟੀਮੇਟ ਹੁੰਦੀ ਪਈ ਹੈ ਕਿ ਗਰੋਥ ਰੇਟ ਕੀ ਹੋ ਸਕਦੀ ਹੈ। ਮੈਂ ਕਈ ਵਾਰ ਸੋਚਦਾ ਕਿ ਇਕਨੋਮਿਕਸ ਦਾ ਬੇਸਿਕ ਲਾਅ ਹੈ ਕਿ ਗ੍ਰੇਟਰ ਦਾ ਰਿਸਕ ਗ੍ਰੇਟਰ ਦਾ ਪ੍ਰੋਫਿਟ, ਪਰ ਇਸ ਰਿਸਕ ਲੈਣ ਦੀ ਸਿਚੁਏਸ਼ਨ ਦੇ ਵਿੱਚ ਕੋਈ ਵੀ ਨਹੀਂ ਹੈ, ਪ੍ਰੋਫਿਟ ਤਾਂ ਬਹੁਤ ਦੂਰ ਦੀ ਗੱਲ ਲੱਗਦੀ ਆ। ਦੁਨੀਆ ਦੇ ਵਿੱਚ ਨਾ ਦੋ ਸੋਚਾਂ ਚੱਲਦੀਆਂ ਨੇ, ਇੱਕ ਤਾਂ ਐਡਮ ਸਮਿਥ ਦੀ ਚੱਲਦੀ ਆ ਵੈਲਥ ਆਫ ਨੇਸ਼ਨਸ, ਇੱਕ ਕਾਰਲ ਮਾਰਕਸ ਦੀ ਚੱਲਦੀ ਆ ਦਾਸ ਕੈਪੀਟਲ। ਸੋ ਇਹ ਦੋਵਾਂ ਸੋਚਾਂ ਦਾ ਆਪਸ ਦੇ ਵਿੱਚ ਟਕਰਾਵ ਹੁੰਦਾ ਰਹਿੰਦਾ। ਅਸੀਂ ਦੋਵਾਂ ਸੋਚਾਂ ਨੂੰ ਲੈ ਕੇ ਚੱਲਦੇ ਹਾਂ ਜਿੱਧਰ ਪ੍ਰੋਫਿਟ ਹੋਵੇ, ਕਿਉਂਕਿ ਅਸੀਂ ਮਿਕਸਡ ਇਕੋਨਮੀ ਵਾਲੇ ਲੋਕ ਹਾਂ, ਭਾਰਤ ਦੇ ਲੋਕ। ਸੋ ਦੇਖਿਆ ਜਾਵੇ ਤਾਂ ਅਸੀਂ ਕਿਤੇ ਨਾ ਕਿਤੇ ਆਪਣੀਆਂ ਲੋੜਾਂ ਨੂੰ ਦੇਖਦੇ ਹਾਂ, ਕਿਤੇ ਨਾ ਕਿਤੇ ਆਪਣੀਆਂ ਖੁਆਇਸ਼ਾਂ ਨੂੰ ਦੇਖਦੇ ਹਾਂ, ਕਿਉਂਕਿ ਆਮ ਲੋਕ ਜੋ ਡਿਮਾਂਡ ਕਰਨਗੇ ਉਸ ਦੇ ਉੱਤੇ ਹੀ ਸਭ ਕੁਝ ਬੇਸਡ ਹੈ, ਔਰ ਆਮ ਲੋਕ ਜ਼ਿਆਦਾ ਨੇ ਸਾਡੇ ਭਾਰਤ ਦੇ ਵਿੱਚ। ਇਸ ਕਰਕੇ ਪੂਰਾ ਯੂਰਪ, ਪੂਰੀ ਵਿਦੇਸ਼ੀ ਤਾਕਤ ਇੰਡੀਆ ਨੂੰ ਸਭ ਤੋਂ ਵੱਡੀ ਮੰਡੀ ਦੇ ਰੂਪ ਦੇ ਵਿੱਚ ਦੇਖਦੀ ਹੈ। ਪਰ ਜਿਹੜੀ ਇਹ ਸਭ ਤੋਂ ਵੱਡੀ ਮੰਡੀ ਹੈ ਉਹਦੀ ਜੇਬ ਖਾਲੀ ਹੈ, ਉਹਦੀ ਜੇਬ ਦੇ ਵਿੱਚ ਪੈਸੇ ਨਹੀਂ। ਇਸ ਕਰਕੇ ਡਿਮਾਂਡ ਕਿੱਥੋਂ ਕ੍ਰੀਏਟ ਹੋਵੇ? ਜੇ ਡਿਮਾਂਡ ਕ੍ਰੀਏਟ ਨਹੀਂ ਹੋਏਗੀ ਤਾਂ ਪ੍ਰੋਡਕਸ਼ਨ ਕਿੱਥੋਂ ਹੋਏਗੀ? ਕੰਪਨੀਆਂ ਚੀਜ਼ਾਂ ਬਣਾਉਣ ਤੇ ਕਿੰਨਾ ਵਾਸਤੇ ਬਣਾਉਣ ਜਦੋਂ ਖਰੀਦਾਰ ਹੀ ਨਹੀਂ ਹੈ? ਤਾਂ ਇਸ ਕਰਕੇ ਜੌਬਲੈਸ ਨੇ, ਕੰਪਨੀਆਂ ਦੇ ਯੂਨਿਟ ਬੰਦ ਨੇ। ਤਾਂ ਇਸ ਕਰਕੇ ਅਰਥ ਵਿਵਸਥਾ ਨੂੰ ਇਹ ਵੀ ਸਭ ਤੋਂ ਤਗੜਾ ਝਟਕਾ ਲੱਗਦਾ ਪਿਆ ਕਿ ਬਿਜ਼ਨਸ ਇਸ ਵਕਤ ਗਰੋਥ ਵਿੱਚ ਨਹੀਂ ਜਾ ਰਹੇ, ਪਰ ਫਿਰ ਵੀ ਕਲੇਮ ਹੋ ਰਿਹਾ ਕਿ ਬਿਜ਼ਨਸ ਗਰੋਥ ਵਿੱਚ ਜਾ ਰਹੇ ਨੇ। ਤੇ ਮੰਗ ਹੋ ਰਹੀ ਹੈ ਕਰਜ਼ਿਆਂ ਦੀ। ਇਹ ਕਾਹਦੇ ਵਾਸਤੇ? ਕਿ ਘਰ ਦੇ ਖਰਚੇ ਚਲਾਉਣ ਵਾਸਤੇ ਕਰਜ਼ੇ ਮੰਗਦੇ ਪਏ ਨੇ, ਕਿ ਜਾਂ ਵਾਕਈ ਬਿਜ਼ਨਸ ਦੇ ਗਰੋਥ ਵਾਸਤੇ, ਇਨਵੈਸਟਮੈਂਟ ਵਾਸਤੇ ਕਰਜ਼ੇ ਮੰਗੇ ਜਾ ਰਹੇ ਨੇ? ਰਾਜੀਵ ਜੀ, ਦੇਖੋ ਤੁਸੀਂ ਗੱਲ ਕੀਤੀ ਹੈ ਵੀ ਕਰਜ਼ਿਆਂ ਦੀ ਮੰਗ ਹੋ ਰਹੀ, ਕਿਆ ਇਹ ਨਿਵੇਸ਼ ਦੇ ਲਈ ਹੋ ਰਹੀ ਹੈ ਕਰਜ਼ਿਆਂ ਦੀ ਮੰਗ, ਜਾਂ ਇਹ ਘਰਾਂ ਦੇ ਖਰਚੇ ਚਲਾਉਣ ਦੇ ਲਈ ਹੋ ਰਹੀ ਹੈ? ਤਾਂ ਇੱਥੇ ਜਿਹੜਾ ਇੱਕ ਪੈਰਾਡੌਕਸੀਕਲ ਸਿਚੁਏਸ਼ਨ ਸਾਡੇ ਸਾਹਮਣੇ ਆਉਂਦੀ ਹੈ। ਜੇ ਨਿਵੇਸ਼ ਦੇ ਲਈ ਹੋ ਰਹੀ ਹੁੰਦੀ ਤਾਂ ਜਿਹੜੀ ਵਿੱਤ ਮੰਤਰੀ ਨੇ ਇੱਕ ਬਿਆਨ ਦਿੱਤਾ ਹੈ ਪਿਛਲੇ ਦਿਨੀ, ਉਹਨਾਂ ਨੇ ਕਿਹਾ ਵੀ ਲੋਕ ਜਿਹੜੇ ਨੇ ਹਿੰਦੁਸਤਾਨ ਦੇ ਵਿੱਚ, ਜਿਹੜੀਆਂ ਕੰਪਨੀਆਂ ਨੇ, ਜਿਹੜੇ ਸਰਮਾਏਦਾਰ ਨੇ, ਹੋਰ ਪੈਸਾ ਲਾਉਣ ਤਾਂ ਉਹਨਾਂ ਨੂੰ ਇਹ ਬਿਆਨ ਦੇਣ ਦੀ ਲੋੜ ਨਾ ਪੈਂਦੀ। ਇਹਦਾ ਮਤਲਬ ਹੈ ਵੀ ਜਿਹੜੀ ਕਰਜ਼ੇ ਦੀ ਮੰਗ ਹੋ ਰਹੀ ਹੈ ਉਹ ਨਿਵੇਸ਼ ਵਾਲੇ ਪੱਖ ਤੇ ਘੱਟ ਹੋ ਰਹੀ ਹੈ। ਫਿਰ ਸਵਾਲ ਇਹ ਖੜਾ ਹੁੰਦਾ, ਫਿਰ ਉਹ ਹੋ ਕਿਹੜੇ ਪਾਸੇ ਰਹੀ ਹੈ? ਕਿਆ ਉਹ ਖਰਚੇ ਚਲਾਉਣ ਦੇ ਲਈ ਹੋ ਰਹੀ ਹੈ ਜਿਹੜੀ ਤੁਸੀਂ ਗੱਲ ਕੀਤੀ? ਤਾਂ ਢੁਕਮਾ ਤਾਂ ਇਦਾਂ ਹੀ ਲੱਗਦਾ ਵੀ ਇਸੇ ਕੰਮ ਲਈ ਹੋ ਰਹੀ ਲੱਗਦੀ ਹੈ। ਦੇਖੋ ਹਜੇ ਤੱਕ ਕੀ ਸੀਗਾ ਵੀ ਕਰੋਨਾ ਤੋਂ ਬਾਅਦ ਮੋਰੇਟੋਰੀਅਮ ਦਿੱਤਾ ਸੀ ਸਰਕਾਰ ਨੇ, ਮੁਲਤਵੀ ਕੀਤੇ ਸੀ ਕਰਜ਼ੇ ਜਾਂ ਕਰਜ਼ਿਆਂ ਦੀਆਂ ਕਿਸ਼ਤਾਂ ਚੁਕਾਉਣੀਆਂ। ਉਹ ਕਾਫੀ ਦੇਰ ਤੱਕ, ਸਾਲ ਡੇਢ ਸਾਲ ਮੁਲਤਵੀ ਹੋਈ ਰਹੀ। ਹੁਣ ਜਦੋਂ ਜਿਹੜੇ ਲੋਕਾਂ ਨੇ ਕਰਜ਼ੇ ਲਿੱਤੇ ਸੀ, ਹੁਣ ਉਹਨਾਂ ਨੂੰ ਵਾਪਸ ਕਰਨ ਦਾ ਟਾਈਮ ਆਇਆ। ਖਾਸ ਕਰਕੇ ਜਦੋਂ ਅਸੀਂ ਐਜੂਕੇਸ਼ਨ ਲੋਨਸ ਦੇਖਦੇ ਹਾਂ, ਜਿਹੜੇ ਬੱਚਿਆਂ ਨੇ ਪੜ੍ਹਨ ਦੇ ਲਈ ਕਰਜ਼ੇ ਚੁੱਕੇ ਸਨ, ਉਹ ਜਿਹੜੇ ਕਰਜ਼ੇ ਨੇ ਉਹ, ਕਿਉਂਕਿ ਬੱਚਿਆਂ ਦੀਆਂ ਨੌਕਰੀਆਂ ਨਹੀਂ ਲੱਗੀਆਂ, ਉਹ ਕਰਜ਼ੇ ਟੁੱਟਣੇ ਸ਼ੁਰੂ ਹੋਏ। ਉਹ ਵਾਪਸੀ, ਉਹਨਾਂ ਦੀ ਅਦਾਇਗੀ ਜਿਹੜੀ ਹੈ ਉਹ ਰਹਿ ਗਈ। ਤਾਂ ਜਿਹੜੇ ਲੋਕਾਂ ਨੇ ਉਹ ਕਰਜ਼ੇ ਲਿੱਤੇ ਹੋਏ ਸੀ ਐਜੂਕੇਸ਼ਨ ਲੋਨ, ਉਹਨਾਂ ਨੇ ਦੂਜੇ ਪਾਸਿਓਂ ਉਹ ਲੋਨ ਲਾਉਣ ਦੇ ਲਈ ਹੋਰ ਕਰਜ਼ੇ ਲੈਣੇ ਸ਼ੁਰੂ ਕਰਤੇ।
ਇਸ ਕਰਕੇ ਸਾਨੂੰ ਕ੍ਰੈਡਿਟ ਗਰੋਥ ਨਜ਼ਰ ਆ ਰਹੀ ਹੈ, ਪਰ ਉਹ ਜਿਹੜਾ ਕਰਜ਼ੇ ਦੀ ਗਰੋਥ ਹੈ, ਉਹ ਜਿਹੜਾ ਕਰਜ਼ਿਆਂ ਦੇ ਵਿੱਚ ਵਿਕਾਸ ਹੋ ਰਿਹਾ ਹੈ, ਉਹ ਅਸਲ ਮਾਇਨੇ ਦੇ ਵਿੱਚ ਜਿੱਥੇ ਹੋਣਾ ਚਾਹੀਦਾ ਸੀ ਉੱਥੇ ਨਹੀਂ ਹੋ ਰਿਹਾ। ਇਸ ਕਰਕੇ ਵਿੱਤ ਮੰਤਰੀ ਨੂੰ ਕਹਿਣਾ ਪਿਆ ਕਿ ਸਾਨੂੰ ਨਿਵੇਸ਼ ਕਰਨ ਦੀ ਲੋੜ ਹੈ। ਨਿਵੇਸ਼ਕ ਇਸ ਵੇਲੇ ਨਹੀਂ ਆ ਰਿਹਾ। ਦੇਖੋ ਨਿਵੇਸ਼ਕ ਕਿੱਥੋਂ ਆ ਸਕਦਾ? ਜਿਹੜੀ ਤੁਸੀਂ ਗੱਲ ਕੀਤੀ ਖੰਨਾ ਸਾਹਿਬ ਕਿ ਜੌਬਲੈਸ ਗਰੋਥ ਹੈ, ਲੋਕਾਂ ਦੇ ਕੋਲ ਨੌਕਰੀਆਂ ਨਹੀਂ ਹੈ। ਜਦੋਂ ਨੌਕਰੀਆਂ ਨਹੀਂ ਹੈ, ਮੰਗ ਵੀ ਘਟੀ ਹੋਈ ਹੈ। ਜਦੋਂ ਮੰਗ ਘਟੀ ਹੈ ਤਾਂ ਨਿਵੇਸ਼ਕ ਕਿੱਥੋਂ ਨਿਵੇਸ਼ ਕਰ ਦੇਗਾ? ਤਾਂ ਇਹ ਜਿਹੜੇ ਕਰਜ਼ਿਆਂ ਦੇ ਵਿੱਚ ਜਿਹੜਾ ਸਾਨੂੰ ਪੈਰਾਡੌਕਸ ਨਜ਼ਰ ਆ ਰਿਹਾ, ਉਹ ਇਸ ਕਰਕੇ ਨਜ਼ਰ ਆ ਰਿਹਾ, ਲੋਕ ਇੱਕ ਪਾਸੇ ਕਰਜ਼ਾ ਲੈ ਰਹੇ ਆ, ਨਵਾਂ ਕਰਜ਼ਾ ਲੈ ਰਹੇ ਆ ਪਿਛਲਾ ਕਰਜ਼ਾ ਲਾਉਣ ਦੇ ਵਾਸਤੇ। ਇਸ ਕਰਕੇ ਇਹ ਇੱਕ ਬੜੀ ਸਮੱਸਿਆ ਜਿਹੜੀ ਹੈ ਸਾਡੇ ਸਾਹਮਣੇ ਖੜੀ ਹੋ ਚੁੱਕੀ ਹੈ। ਕਈ ਵਾਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਕੈਪੀਟਲਿਜ਼ਮ, ਜੋ ਕੈਪੀਟਲਿਸਟ ਹੈ ਉਹ ਨੌਕਰੀਆਂ ਕ੍ਰੀਏਟ ਨਹੀਂ ਕਰਦਾ, ਜੋ ਮਿਡਲ ਕਲਾਸ ਹੈ ਉਹ ਨੌਕਰੀਆਂ ਕ੍ਰੀਏਟ ਕਰਦੀ, ਬਿਕੋਜ਼ ਉਹਦੀ ਡਿਮਾਂਡ ਦੇ ਉੱਤੇ ਸਭ ਕੁਝ ਡਿਪੈਂਡ ਕਰਦਾ ਹੁੰਦਾ ਹੈ। ਐਂਡ ਸਮਟਾਈਮਸ ਆਈ ਫੀਲ ਕਿ ਜੋ ਪ੍ਰੋਡਿਊਸਰ ਹੈ, ਜੋ ਪ੍ਰੋਡਿਊਸ ਕਰਦਾ ਚੀਜ਼ ਨੂੰ, ਉਹ ਕਿਤੇ ਦਿਖਾਈ ਨਹੀਂ ਦਿੰਦਾ। ਹਰ ਥਾਂ ਦੇ ਉੱਤੇ ਕੈਪੀਟਲ ਦਿਖਾਈ ਦਿੰਦੀ ਹੈ। ਸਮਟਾਈਮ ਆਈ ਫੀਲ ਕਿ ਕੈਪੀਟਲਿਜ਼ਮ ਡਜ਼ ਨਾਟ ਪ੍ਰੋਡਿਊਸ ਐਨੀਥਿੰਗ ਬਟ ਓਨਸ ਐਵਰੀਥਿੰਗ। ਸੋ ਟ੍ਰੇਡਿੰਗ ਹੁੰਦੀ ਹੈ, ਨੈਟਵਰਕ ਬਣਾਏ ਜਾਂਦੇ ਨੇ ਜਿਹਦੇ ਵਿੱਚ ਆਮ ਕੰਪਨੀਆਂ, ਛੋਟੀਆਂ ਕੰਪਨੀਆਂ, ਛੋਟੇ ਇਨਵੈਸਟਰਸ ਰਗੜੇ ਜਾਂਦੇ ਨੇ। ਜੇ ਉਹ ਆਪਣੀ ਕੰਪਨੀ ਨਾ ਵੇਚਣ ਜਾਂ ਉਹਨਾਂ ਵੱਡੇ ਸ਼ਾਰਕਸ ਦੇ ਮੁਕਾਬਲੇ ਖੜੇ ਹੋ ਜਾਣ, ਉਹਨਾਂ ਦੇ ਮੁਤਾਬਿਕ ਨਾ ਚੱਲਣ, ਤਾਂ ਇਹਨਾਂ ਦੀਆਂ ਕੰਪਨੀਆਂ ਨੂੰ ਚੱਲਣ ਨਹੀਂ ਦਿੱਤਾ ਜਾਂਦਾ। ਕਿਸੇ ਨਾ ਕਿਸੇ ਤਰ੍ਹਾਂ ਕੰਪਨੀਆਂ ਨੂੰ ਖ਼ਤਮ ਕੀਤਾ ਜਾਂਦਾ ਹੈ, ਰੂਲਸ ਦੇ ਮੁਤਾਬਿਕ, ਰੇਟਸ ਦੇ ਮੁਤਾਬਿਕ। ਸੋ ਮੈਨੀ ਵੇਜ਼ ਨੇ ਜੋ ਬਹੁਤ ਸਾਰੇ ਤਰੀਕੇ ਅਪਣਾਏ ਜਾਂਦੇ ਨੇ। ਜੋ ਬਿਗ ਸ਼ਾਰਕਸ ਨੇ ਛੋਟੀਆਂ ਮੱਛੀਆਂ ਨੂੰ ਖਾ ਜਾਂਦੀਆਂ ਨੇ ਸਮਟਾਈਮ ਆਈ ਫੀਲ। ਔਰ ਉਹ ਵੀ ਇੱਕ ਬਹੁਤ ਵੱਡਾ ਝਟਕਾ ਪੈਂਦਾ ਹੈ ਇਕਨੋਮੀ ਨੂੰ ਵੀ, ਲੋਕਾਂ ਦੇ ਜੀਵਨ ਨੂੰ ਵੀ। ਔਰ ਸਮਟਾਈਮ ਆਈ ਫੀਲ ਕਿ ਕਈ ਵਾਰ ਬੇਸਿਕ ਚੀਜ਼ ਕਹੀ ਜਾਂਦੀ ਹੈ ਨਾ ਕਿ ਰੋਟੀ, ਕੱਪੜਾ, ਮਕਾਨ, ਦੈਟਸ ਆਲ, ਬਟ ਇਹ ਸਭ ਕੁਝ ਨਹੀਂ ਹੈ ਜ਼ਿੰਦਗੀ ਦਾ। ਉਸ ਦੇ ਨਾਲ ਸਿਹਤ ਸੁਵਿਧਾਵਾਂ ਵੀ ਜੋੜ ਦਿਓ, ਸਿੱਖਿਆ ਸੁਵਿਧਾਵਾਂ ਵੀ ਜੋੜ ਦਿਓ, ਦੈਟਸ ਨਾਟ ਆਲ। ਇੱਕ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਇੱਕ ਕੰਫਰਟ ਵੀ ਚਾਹੀਦਾ, ਪਿਆਰ ਵੀ ਚਾਹੀਦਾ, ਸਮਾਜ ਵੀ ਚਾਹੀਦਾ। ਇਸੇ ਕਰਕੇ ਸਮਾਜ ਦੀ ਰਚਨਾ ਹੋਈ ਸੀ। ਤੇ ਅਸੀਂ ਦੇਖਦੇ ਹਾਂ ਕਿ ਸਮਾਜ ਦਾ ਫੈਬਰਿਕ ਟੁੱਟ ਚੁੱਕਾ ਹੈ, ਇੰਡੀਵਿਜੂਅਲਿਜ਼ਮ ਜ਼ਿਆਦਾ ਆ ਚੁੱਕਾ ਹੈ। ਔਰ ਕਿਤੇ ਨਾ ਕਿਤੇ ਇਹ ਵੀ ਕਾਰਨ ਬਣਦਾ ਹੈ ਕਿ ਇਕਨੋਮੀ ਨੂੰ ਇੱਕ ਤਗੜਾ ਝਟਕਾ ਲੱਗਦਾ, ਕਿਉਂਕਿ ਡਿਮਾਂਡਸ ਦਾ ਸਟਰਕਚਰ ਬਦਲ ਗਿਆ, ਲੋਕ ਡਿਮਾਂਡ ਕਰਨ ਦਾ ਤਰੀਕਾ ਬਦਲ ਗਿਆ, ਕੁਝ ਹੋਰ ਹੀ ਚੱਲਦਾ ਪਿਆ। ਐਡਵਰਟੀਜ਼ਮੈਂਟਸ ਆ ਗਈਆਂ, ਮਾਰਕੀਟਿੰਗ ਆ ਗਈ, ਬ੍ਰੇਨ ਵਾਸ਼ ਹੋ ਗਿਆ। ਜੈਨੂਅਨ ਡਿਮਾਂਡਸ ਨਹੀਂ ਹੈ, ਡਿਮਾਂਡ ਕ੍ਰੀਏਟ ਕੀਤੀ ਜਾਂਦੀ ਹੈ ਆਪਣੀ ਪ੍ਰੋਡਕਟ ਨੂੰ ਸੇਲ ਕਰਨ ਵਾਸਤੇ। ਇਹ ਵੀ ਸਾਰਾ ਸਿਨੈਰੀਓ ਅਸੀਂ ਦੇਖਦੇ ਹਾਂ। ਔਰ ਇਸ ਸਾਰੇ ਸਿਨੈਰੀਓ ਦੇ ਵਿੱਚ ਦੋ ਇੰਡੀਆ ਆ ਜਾਂਦੇ ਨੇ। ਦੋ ਇੰਡੀਆ ਮਤਲਬ ਇੱਕ ਭਾਰਤ ਜੋ ਕਿਤੇ ਪਿੰਡਾਂ 'ਚ ਰਹਿੰਦਾ, ਇੱਕ ਇੰਡੀਆ ਜੋ ਅਰਬਨਾਈਜੇਸ਼ਨ ਹੁੰਦੀ ਹੈ, ਜਿਹੜਾ ਸਟਾਕ ਮਾਰਕੀਟ ਨਾਲ ਜੁੜਿਆ ਹੋਇਆ, ਜਿਹਨੂੰ ਇਹ ਸਾਰੀ ਮਾਡਰਨ ਅਸੀਂ ਕਹਿ ਸਕਦੇ ਹਾਂ ਸੰਸਥਾਵਾਂ ਬਣੀਆਂ ਹੋਈਆਂ, ਉਹਨਾਂ ਨਾਲ ਜੁੜਿਆ ਇੱਕ ਪੁਰਾਣਾ ਸਾਡਾ ਇੰਡੀਆ, ਭਾਰਤ ਜੋ ਪੁਰਾਣੇ ਸਮੇਂ ਦਾ ਹੈ। ਹੁਣ ਸਟਾਕ ਮਾਰਕੀਟ ਦਾ ਇਹ ਹਾਲ ਹੈ ਕਿ ਜਿੱਦਾਂ ਆਪਾਂ ਪਹਿਲਾਂ ਵੀ ਡਿਸਕਸ ਕਰਦੇ ਰਹਿੰਦੇ ਹਾਂ ਕਿ ਵੱਖ-ਵੱਖ ਕੰਟਰੀਜ਼ ਨੇ ਆਪਣੇ ਰੇਟ ਆਫ ਇੰਟਰਸਟ ਵਧਾ ਦਿੱਤੇ। ਇਸ ਕਰਕੇ ਸਾਡੀ ਮਾਰਕੀਟ ਵਿੱਚੋਂ ਵਿਦੇਸ਼ੀ ਲੋਕ ਆਪਣੀ ਜੋ ਸਾਰੀ ਇਨਵੈਸਟਮੈਂਟ ਹੈ ਕੱਢ ਕੇ ਆਪਣੇ ਮੁਲਕ ਲੈ ਕੇ ਜਾ ਰਹੇ ਨੇ। ਔਰ ਸਾਡੇ ਭਾਰਤ ਦੀ ਗਵਰਨਮੈਂਟ ਨੂੰ ਵੀ ਇਸ ਤਰ੍ਹਾਂ ਦੀਆਂ ਪਾਲਿਸੀਆਂ ਅਪਣਾਉਣੀਆਂ ਪੈ ਰਹੀਆਂ ਨੇ ਆਪਣੀ ਸਟਾਕ ਮਾਰਕੀਟ ਨੂੰ ਬਚਾਉਣ ਵਾਸਤੇ। ਤਾਂ ਉਹ ਪਾਲਿਸੀਆਂ ਕਿਤੇ ਨਾ ਕਿਤੇ ਆਮ ਲੋਕਾਂ ਦੇ ਜੀਵਨ ਨੂੰ, ਆਮ ਲੋਕਾਂ ਦੇ ਜੀਵਨ ਦੇ ਫੈਬਰਿਕ ਨੂੰ, ਆਮ ਲੋਕਾਂ ਨੂੰ ਕਿਤੇ ਨਾ ਕਿਤੇ ਉਹ ਝੰਜੋੜਦੀਆਂ ਨੇ, ਉਹਨਾਂ ਦੇ ਹੱਕ 'ਚ ਨਹੀਂ ਜਾਂਦੀਆਂ। ਸੋ ਇਸ ਮਾਮਲੇ ਦੇ ਵਿੱਚ ਆਪਾਂ ਅੱਗੇ ਵਧਦੇ ਹਾਂ। ਦੋ ਚੀਜ਼ਾਂ ਦੇ ਉੱਤੇ ਆਪਾਂ ਧਿਆਨ ਦੇਵਾਂਗੇ। ਇੱਕ ਤਾਂ ਹੈ ਜੋ ਪਿੰਡ ਨੇ ਸਾਡੇ ਭਾਰਤ ਦੇ, ਇੱਕ ਹੈ ਜਿਹੜੇ ਸ਼ਹਿਰ ਨੇ ਸਾਡੇ ਭਾਰਤ ਦੇ। ਕੰਪੈਰੀਟਿਵਲੀ ਜੀਵਨ ਦਾ ਪੱਧਰ, ਕੁਆਲਿਟੀ ਆਫ ਲਾਈਫ, ਸਟੇਟਸ ਆਫ ਲਿਵਿੰਗ, ਸਟੈਂਡਰਡ ਆਫ ਲਿਵਿੰਗ ਕਿੱਥੇ ਖੜਾ ਹੈ ਜੇ ਕੰਪੈਰੀਜ਼ਨ ਦੇਖੀਏ। ਦੇਖੋ ਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਇਹ ਦੋ ਜਿਹੜਾ ਹੈ, ਇੱਕ ਭਾਰਤ ਵਰਸਸ ਇੰਡੀਆ ਹੋ ਚੁੱਕਾ ਹੈ। ਜਿੱਦਾਂ ਇੱਕ ਕ੍ਰਿਕਟ ਦਾ ਮੈਚ ਖੇਡਿਆ ਜਾਂਦਾ ਹੈ, ਉਦਾਂ ਹੀ ਹੁਣ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ ਉਹ ਭਾਰਤ ਔਰ ਇੰਡੀਆ ਦੇ ਵਿੱਚ ਖੇਲਿਆ ਜਾ ਰਿਹਾ ਹੈ। ਕਿਸੇ ਜ਼ਮਾਨੇ ਦੇ ਵਿੱਚ ਇਹ ਚੀਜ਼ ਬਣੀ ਸੀਗੀ, ਇੰਡੀਆ ਸ਼ਾਈਨਿੰਗ ਬਟ ਭਾਰਤ ਸਫਰਿੰਗ। ਇੰਡੀਆ ਸ਼ਾਈਨਿੰਗ, ਹਿੰਦੁਸਤਾਨ ਤਾਂ ਸ਼ਾਈਨ ਕਰ ਰਿਹਾ, ਇੰਡੀਆ ਜਿਹੜਾ ਅੰਗਰੇਜ਼ੀ ਵਾਲਾ, ਲੇਕਿਨ ਜਿਹੜਾ ਭਾਰਤ ਹੈ, ਜਿਹੜਾ ਪਿੰਡਾਂ ਦੇ ਵਿੱਚ ਵਸਦਾ ਹੈ, ਦੈਟ ਇਜ਼ ਸਫਰਿੰਗ। ਉਹ ਚੀਜ਼ ਜਿਹੜੀ ਹੈ ਹੁਣ ਬੜੇ ਸਿੱਧੇ ਤੌਰ ਤੇ ਸਾਡੇ ਸਾਹਮਣੇ ਆ ਰਹੀ ਹੈ। ਇੱਕ ਕੇ ਸ਼ੇਪ ਰਿਕਵਰੀ ਖੰਨਾ ਸਾਹਿਬ ਨਿਕਲ ਕੇ ਆ ਰਹੀ ਹੈ। ਜਿਹੜਾ ਕੇ ਦਾ ਡੰਡਾ ਉੱਪਰ ਵਾਲਾ ਹੈ, ਇਹਦਾ ਮਤਲਬ ਉੱਪਰਲੇ ਲੋਕ ਇੰਡੀਆ ਦੇ ਵਿੱਚ ਜਿਹੜੇ ਵਸਦੇ ਆ, ਸ਼ਹਿਰਾਂ ਦੇ ਵਿੱਚ ਜਿਹੜੇ ਵਸਦੇ ਨੇ, ਜਿਨ੍ਹਾਂ ਦੇ ਕੋਲ ਪੈਸਾ ਧੇਲਾ ਹੈਗਾ, ਉਹ ਤਾਂ ਉੱਪਰ ਨੂੰ ਜਾ ਰਹੇ ਆ, ਉਹ ਹੋਰ ਉੱਪਰ ਨੂੰ ਜਾ ਰਹੇ ਆ। ਜਿਹੜਾ ਥੱਲੇ ਵਾਲਾ ਇੰਡੀਆ ਹੈ, ਕੇ ਦਾ ਥੱਲੇ ਵਾਲਾ ਡੰਡਾ ਜਿਹੜਾ ਹੈ, ਜਿਹੜਾ ਭਾਰਤ ਦੇ ਵਿੱਚ ਵਸਦਾ, ਜਿਹੜਾ ਪਿੰਡਾਂ ਦੇ ਵਿੱਚ ਵਸਦਾ, ਉਹ ਲੋਕ ਜਿਹੜੇ ਨੇ ਇਸ ਵੇਲੇ ਉਹਨਾਂ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ। ਕੇ ਸ਼ੇਪ ਰਿਕਵਰੀ ਜਿਹੜੀ ਹੈ
ਉਹ ਸਾਡੇ ਸਾਹਮਣੇ ਬਣ ਕੇ ਆ ਰਹੀ ਹੈ। ਆਪਾਂ ਪਹਿਲਾਂ ਵੀ ਇਹਦੇ ਬਾਰੇ ਚਰਚਾ ਕੀਤੀ ਸੀ। ਔਰ ਦੇਖੋ, ਜਦੋਂ ਅਸੀਂ ਅੰਕੜਿਆਂ ਦੇ ਵਿੱਚ ਦੇਖਦੇ ਹਾਂ, ਭਾਵੇਂ ਅਸੀਂ ਅੰਕੜਿਆਂ ਨੂੰ ਇਕੱਠਾ ਕਰਕੇ ਦੇਖਦੇ ਹਾਂ, ਅਰਬਨ ਦੇ ਵੀ ਔਰ ਰੂਰਲ ਦੇ ਵੀ, ਇੰਡੀਆ ਦੇ ਵੀ ਔਰ ਭਾਰਤ ਦੇ ਵੀ, ਪਰ ਜਦੋਂ ਅਸੀਂ ਇਹਨਾਂ ਨੂੰ ਅਲੱਗ-ਅਲੱਗ ਤੌਰ ਤੇ ਦੇਖਦੇ ਹਾਂ ਤਾਂ ਸਾਡੇ ਸਾਹਮਣੇ ਇਹ ਚੀਜ਼ ਬੜੀ ਕਲੀਅਰਲੀ ਨਿਕਲ ਕੇ ਆਉਂਦੀ ਹੈ ਕਿ ਜਿਹੜੀ ਇਨਫਲੇਸ਼ਨ ਦੀ ਮਾਰ ਹੈ, ਜਿਹੜੀ ਮਹਿੰਗਾਈ ਦੀ ਮਾਰ ਹੈ, ਪਿਛਲੇ ਕੁਝ ਮਹੀਨਿਆਂ ਦੇ ਵਿੱਚ ਪੇਂਡੂ ਖੇਤਰ ਦੇ ਵਿੱਚ ਜ਼ਿਆਦਾ ਰਹੀ ਹੈ ਜਾਂ ਭਾਰਤ ਦੇ ਵਿੱਚ ਜ਼ਿਆਦਾ ਰਹੀ ਹੈ, ਤੇ ਜਿਹੜਾ ਅਰਬਨ ਖੇਤਰ ਹੈ, ਜਿਹੜਾ ਸ਼ਹਿਰਾਂ ਦੇ ਵਿੱਚ ਲੋਕ ਪ੍ਰਵਾਸ ਕਰਦੇ ਨੇ, ਉਹਨਾਂ ਦੇ ਵਿੱਚ ਇਹ ਘੱਟ ਹੈ। ਉੱਥੇ ਮਹਿੰਗਾਈ ਦੀ ਮਾਰ ਘੱਟ ਹੈ। ਕਾਰਨ ਕਿਉਂ? ਇਹਦਾ ਕਾਰਨ ਕੀ ਹੈ? ਦੇਖੋ, ਕਾਰਨ ਹੈ ਜਿਹੜਾ ਪਿੰਡਾਂ ਦੇ ਲੋਕ ਨੇ, ਉਹਨਾਂ ਦਾ ਰਹਿਣਾ ਸਹਿਣਾ ਥੋੜਾ ਸੌਖਾ ਹੁੰਦਾ, ਉਹਨਾਂ ਦਾ ਜ਼ਿਆਦਾ ਖਰਚਾ ਜਿਹੜਾ ਹੈ ਉਹ ਖਾਣੇ ਦੇ ਉੱਤੇ ਹੋਏਗਾ। ਮੈਂ ਜੇ ਅੰਕੜਿਆਂ ਦੀ ਟਰਮਸ ਦੇ ਵਿੱਚ ਗੱਲ ਕਰਾਂ, ਜਿਹੜਾ ਸਰਕਾਰ ਅੰਕੜਾ ਦਿੰਦੀ ਹੈ ਮਹੀਨਾਵਾਰੀ, ਉਹਦੇ ਹਿਸਾਬ ਦੇ ਨਾਲ ਤਕਰੀਬਨ 54% ਜਿਹੜਾ ਖਰਚਾ ਹੁੰਦਾ ਇੱਕ ਪੇਂਡੂ ਖੇਤਰ ਦੇ ਇਨਸਾਨ ਦਾ, ਉਹ ਰੋਟੀ ਪਾਣੀ ਤੇ ਹੁੰਦਾ, ਜਦਕਿ ਜਿਹੜਾ ਸ਼ਹਿਰੀ ਖੇਤਰ ਦੇ ਲੋਕ ਨੇ ਉਹਨਾਂ ਦਾ ਇਹਦੇ ਵਿੱਚ ਭਾਰ ਜਿਹੜਾ ਹੈ, ਰੋਟੀ ਪਾਣੀ ਦੇ ਵਿੱਚ ਖਰਚਾ ਜਿਹੜਾ ਹੈ ਉਹ 36% ਹੈ। ਤਾਂ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਮਹਿੰਗਾਈ ਵਧੀ ਹੈ, ਪੈਟਰੋਲ ਡੀਜ਼ਲ ਦੀ ਮਹਿੰਗਾਈ ਵਧੀ ਹੈ, ਖਾਣੇ ਵਾਲੇ ਤੇਲਾਂ ਦੀ ਮਹਿੰਗਾਈ ਵਧੀ ਹੈ, ਦਾਲਾਂ ਦੀ ਮਹਿੰਗਾਈ ਵਧੀ ਹੈ, ਆਟੇ ਦੀ ਮਹਿੰਗਾਈ ਵਧੀ ਹੈ, ਤਾਂ ਸਿੱਧੇ ਤੌਰ ਤੇ ਇਹਦਾ ਅਸਰ ਪੇਂਡੂ ਖੇਤਰ ਦੇ ਵਿੱਚ ਜ਼ਿਆਦਾ ਹੁੰਦਾ। ਉਹਨਾਂ ਲੋਕਾਂ ਨੂੰ ਖਰਚਾ ਜ਼ਿਆਦਾ ਕਰਨਾ ਪੈਂਦਾ। ਜਦੋਂ ਇਹਨਾਂ ਲੋਕਾਂ ਨੂੰ, ਇੱਕ ਪਾਸੇ ਤਾਂ ਪੇਂਡੂ ਪ੍ਰਵਾਸ ਕਰਕੇ ਲੋਕ ਜਿਹੜੇ ਨੇ ਪਿੰਡਾਂ ਵੱਲ ਨੂੰ, ਜਦੋਂ ਸਾਡੇ ਕੋਲ ਲੋਕਡਾਊਨ ਦੀ ਮਾਰ ਪਈ ਹੈ, ਉਸ ਤਾਲਾਬੰਦੀ ਕਾਰਨ, ਦੂਜੇ ਪਾਸੇ ਉੱਥੇ ਉਹਨੇ ਇੰਪਲੋਇਮੈਂਟ ਦੇ ਵਸੀਲੇ ਨਹੀਂ ਹੈ, ਉਹਨੇ ਨੌਕਰੀਆਂ ਦੇ ਵਸੀਲੇ ਨਹੀਂ ਹੈ ਜਿੰਨੇ ਅਰਬਨ ਸੈਕਟਰ ਦੇ ਵਿੱਚ ਹੈਗੇ ਨੇ। ਇਸ ਕਰਕੇ ਉੱਥੇ ਦੂਜੀ ਮਾਰ ਉੱਥੇ ਪੈ ਗਈ ਇਨਫਲੇਸ਼ਨ ਦੀ, ਜਿਹੜਾ ਉਹਨਾਂ ਨੂੰ ਹਰ ਚੀਜ਼ ਦਾ ਖਾਣਾ ਜਿਹੜਾ। ਤਾਂ ਇਸ ਕਰਕੇ ਖੰਨਾ ਸਾਹਿਬ, ਕੇ ਸ਼ੇਪ ਰਿਕਵਰੀ ਸਾਡੇ ਸਾਹਮਣੇ ਨਜ਼ਰ ਆ ਰਹੀ ਹੈ ਕਿ ਇਹਦੇ ਵਿੱਚ ਕੀ ਹੋ ਰਿਹਾ ਕਿ ਜਦੋਂ ਅਸੀਂ ਮੋਬਾਈਲ ਫੋਨਾਂ ਦੀ ਗੱਲ ਕਰਦੇ ਹਾਂ, ਜਿਹੜੇ 10,000 ਤੋਂ ਘੱਟ ਵਾਲੇ ਮੋਬਾਈਲ ਫੋਨ ਦੀ ਕੀਮਤ ਹੈ, ਕੀਮਤ ਵਾਲੇ ਫੋਨ ਨੇ 10,000 ਤੋਂ ਘੱਟ ਵਾਲੇ, ਉਹਨਾਂ ਦੀ ਡਿਮਾਂਡ ਟੁੱਟ ਰਹੀ ਹੈ। 25% ਡਿਮਾਂਡ ਉਹਨਾਂ ਦੀ ਟੁੱਟ ਚੁੱਕੀ ਹੈ, ਤੇ ਜਿਹੜੇ 40,000 ਤੋਂ ਉੱਤੇ ਦੇ ਮੋਬਾਈਲ ਨੇ ਉਹ ਵੱਧ ਰਹੇ ਹਨ। ਇਦਾਂ ਹੀ ਅਸੀਂ ਆਟੋਮੋਬਾਈਲ ਸੈਕਟਰ ਦੇ ਵਿੱਚ ਗੱਲ ਕਰਦੇ ਹਾਂ, ਜਿਹੜੇ ਅੰਕੜੇ ਨੇ ਉਹ ਕਹਿੰਦੇ ਆ ਵੀ 2022-23 ਦੇ ਵਿੱਚ, ਹਜੇ ਤੱਕ ਜਿਹੜਾ ਸਾਲ ਚੱਲ ਰਿਹਾ, ਸਕੂਟਰ, ਮੋਟਰਸਾਈਕਲਾਂ ਜਾਂ ਜਿਹੜੇ ਪਿੰਡਾਂ ਦੇ ਵਿੱਚ 2 ਵੀਲਰਸ ਯੂਜ਼ ਹੁੰਦੇ ਨੇ ਜ਼ਿਆਦਾ, ਉਹਨਾਂ ਦੀ ਸੇਲ ਜਿਹੜੀ ਹੈ ਘਟ ਗਈ ਹੈ, ਜਦਕਿ ਕਾਰਾਂ ਦੇ ਲਈ ਲਾਈਨਾਂ ਲੱਗੀਆਂ ਹੋਈਆਂ ਨੇ। ਵੇਟਿੰਗ ਪੀਰੀਅਡ ਹੈ 1.5 ਤੋਂ 2 ਸਾਲ ਤੱਕ ਦਾ ਵੀ ਕਈ ਕਾਰਾਂ ਦੇ ਉੱਤੇ ਇੰਨਾ ਵੇਟਿੰਗ ਪੀਰੀਅਡ ਚੱਲ ਰਿਹਾ। ਤੀਸਰੀ ਚੀਜ਼ ਜਿਹੜੀ ਹੈ ਮਕਾਨਾਂ ਦੀ, ਜਦੋਂ ਅਸੀਂ ਗੱਲ ਕਰਦੇ ਹਾਂ, ਮਕਾਨ 40 ਲੱਖ ਤੋਂ ਘੱਟ ਵਾਲੇ ਜਿਹੜੇ ਮਕਾਨ ਹੈ ਉਹ ਨਹੀਂ ਵਿਕ ਰਹੇ। 1 ਕਰੋੜ ਤੋਂ ਉੱਪਰ ਵਾਲੇ ਮਕਾਨ ਜਿਹੜੇ ਆ ਉਹਨਾਂ ਦਾ ਵੇਟਿੰਗ ਪੀਰੀਅਡ ਚੱਲ ਰਿਹਾ ਹੈ। ਤਾਂ ਇਹ ਬੜੇ ਸਿੱਧੇ ਤੌਰ ਤੇ ਸਾਡੇ ਸਾਹਮਣੇ ਗੱਲਾਂ ਸਾਹਮਣੇ ਆ ਰਹੀਆਂ ਨੇ ਵੀ ਅਸੀਂ ਇੱਕ ਕੇ ਸ਼ੇਪ ਰਿਕਵਰੀ ਵੱਲ ਤੁਰੇ ਹੋਏ ਆ, ਜਿੱਥੇ ਰਈਸ ਜਿਹੜਾ ਹੋਰ ਰਈਸ ਹੁੰਦਾ ਜਾ ਰਿਹਾ, ਪੂਅਰ ਜਿਹੜਾ ਗਰੀਬ ਜਿਹੜਾ ਉਹ ਹੋਰ ਗਰੀਬ ਹੁੰਦਾ ਜਾ ਰਿਹਾ। ਲੋਕ ਜਿਹੜੇ ਨੇ ਧੱਕੇ ਜਾ ਰਹੇ ਨੇ ਗਰੀਬੀ ਵੱਲ, ਜਿਹੜੇ ਲੋਕ ਮਹਿੰਗਾਈ ਦੇ ਕਾਰਨ ਜਾਂ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ, ਉਹ ਲੋਕ ਗਰੀਬੀ ਵੱਲ ਨੂੰ ਜ਼ਿਆਦਾ ਧੱਕੇ ਜਾ ਰਹੇ। ਵਰਲਡ ਬੈਂਕ ਦੇ ਜਿਹੜੇ ਅਸੀਂ ਅੰਕੜਿਆਂ ਦੀ ਗੱਲ ਕੀਤੀ ਸੀ, ਉਹ ਵੀ ਕਿਸੇ ਨਾ ਕਿਸੇ ਤਰੀਕੇ ਦਾ ਇਸੇ ਚੀਜ਼ ਵੱਲ ਇਸ਼ਾਰਾ ਕਰ ਰਹੇ ਨੇ। ਨਿਊ ਰਿਚ ਕਲਾਸ ਜਿਹੜੀ ਇਹ ਪੈਦਾ ਹੋਈ ਹੈ ਨਾ, ਇਹਨੇ ਕਾਫੀ ਖਤਰਾ ਖੜਾ ਕਰ ਦਿੱਤਾ ਹੈ ਬਾਕੀਆਂ ਵਾਸਤੇ। ਸੋ ਸਟੈਟਿਸਟਿਕਸ ਹਮੇਸ਼ਾ ਅਸੀਂ ਇਹੀ ਦੇਖਦੇ ਹਾਂ ਔਰ ਘੁੰਮਦੇ ਰਹਿੰਦੇ ਹਾਂ ਇਹਦੇ ਵਿੱਚ ਹੀ। ਦੇ ਹੈਵ ਕਰਪਟਡ ਦੀ ਬਿਊਟੀਫੁਲ ਸਾਇੰਸ ਆਫ ਇਕਨੋਮਿਕਸ। ਇਕਨੋਮਿਕਸ ਸਾਨੂੰ ਇਹ ਸਿਖਾਉਂਦੀ ਹੈ ਕਿ ਜਿਹੜੇ ਸਾਡੇ ਕੋਲ ਸੀਮਿਤ ਕੁਦਰਤੀ ਸਾਧਨ ਨੇ, ਉਹਦਾ ਇਸਤੇਮਾਲ ਸਭ ਦੇ ਵਾਸਤੇ ਕਿਸ ਤਰ੍ਹਾਂ ਕੀਤਾ ਜਾਏ ਤਾਂ ਕਿ ਸਭ ਦੀਆਂ ਜ਼ਰੂਰਤਾਂ ਪੂਰੀਆਂ ਹੋਣ। ਜ਼ਰੂਰਤਾਂ ਪੂਰੀਆਂ ਹੋਣ ਤੋਂ ਬਾਅਦ ਫਿਰ ਅਸੀਂ ਇੱਛਾਵਾਂ ਵੱਲ ਵਧਾਂਗੇ, ਸ਼ੌਕ ਵੱਲ ਵਧਾਂਗੇ। ਪਹਿਲਾਂ ਜ਼ਰੂਰਤਾਂ ਤਾਂ ਪੂਰੀਆਂ ਕਰੋ। ਇੱਕ ਬੰਦਾ ਕਹਿੰਦਾ ਮੇਰੀ ਛੱਤ ਦੇ ਉੱਤੇ ਹੈਲੀਕਾਪਟਰ ਉਤਰਨਾ ਚਾਹੀਦਾ, ਔਰ ਉਤਰਦਾ ਵੀ ਆ, ਉੱਥੋਂ ਜਾਂਦਾ ਉਹ ਆਪਣੇ ਬਿਜ਼ਨਸ ਵਾਸਤੇ, ਔਰ ਇੱਕ ਬੰਦੇ ਕੋਲ ਰੋਟੀ ਨਹੀਂ ਹੈ 2 ਵਕਤ ਦੀ ਖਾਣ ਵਾਸਤੇ। ਇਹ ਵੀ ਹਾਲਾਤ ਨੇ। ਸੋ ਗੌਰਮੈਂਟ ਕੁਝ ਹੋਰ ਕਹਿੰਦੀ ਹੈ, ਸਟੈਟਿਸਟਿਕਸ ਕੁਝ ਹੋਰ ਕਹਿੰਦੇ ਨੇ, ਸੱਚਾਈ ਕੁਝ ਹੋਰ ਕਹਿੰਦੀ ਹੈ। ਇਟ ਇਜ਼ ਆਲਵੇਜ਼ ਅ ਫਰਾਡ ਵਿਦ ਦੀ ਸਿਟੀਜ਼ਨਸ। ਜੋ ਮੈਂ ਮਹਿਸੂਸ ਕਰਦਾ, ਜੋ ਇਹ ਸਭ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਸਾਡੀ ਇਕੋਨਮੀ ਸਟਰੋਂਗ ਹੋ ਰਹੀ ਹੈ, ਸਾਡਾ ਪੈਸਾ ਸਟਰੋਂਗ ਹੋ ਰਿਹਾ। ਕਿੱਦਾਂ ਸਟਰੋਂਗ ਹੋ ਰਿਹਾ? ਦਿਖਾਈ ਤਾਂ ਦੇ ਰਿਹਾ 82 ਤੋਂ ਉੱਤੇ
ਥੱਲੇ ਡਿੱਗ ਚੁੱਕਾ ਹੈ ਇੱਕ ਅਮਰੀਕਨ ਡਾਲਰ ਦੇ ਮੁਕਾਬਲੇ। ਵਿਖਾਈ ਤਾਂ ਦੇ ਰਿਹਾ ਕਿ 5 ਟ੍ਰਿਲੀਅਨ ਡਾਲਰ ਦੀ ਜਿਹੜੀ ਤੁਸੀਂ ਇਕੋਨਮੀ ਦਾ ਸੁਪਨਾ ਲੈ ਕੇ ਤੁਰੇ ਸੀ, ਕਿਤੇ ਉਹਦੇ ਨੇੜੇ ਤੇੜੇ ਵੀ ਨਹੀਂ ਹੈਗੇ। ਕਿੰਨੇ ਅਸੀਂ ਜ਼ਿਆਦਾ ਖਸਤਾ ਹਾਲਤ ਵਿੱਚ ਹਾਂ ਇਸ ਵਕਤ, ਫਿਰ ਵੀ ਅਸੀਂ ਵੱਡੇ ਵੱਡੇ ਦਾਅਵੇ ਕਰਦੇ ਪਏ ਹਾਂ। ਡੋਂਟ ਯੂ ਥਿੰਕ ਕਿ ਇਹ ਹਮੇਸ਼ਾ ਇੱਕ ਮਤਲਬ ਇੱਕ ਫੇਕ ਜੀ ਦੁਨੀਆ ਬਣਾ ਕੇ ਸਾਨੂੰ ਦਿਖਾਈ ਜਾਂਦੀ ਹੈ? ਜੋ ਅਸਲੀਅਤ ਹੈ ਉਹ ਸਾਨੂੰ ਨਹੀਂ ਪਤਾ, ਉਹ ਛੁਪੀ ਹੋਈ ਹੈ। ਜੋ ਅਸੀਂ ਦੇਖ ਰਹੇ ਹਾਂ ਉਹ ਅਸਲੀਅਤ ਨਹੀਂ ਹੈ। ਐਮ ਆਈ ਰਾਈਟ ਸਰ? ਜੋ ਸਾਨੂੰ ਦਿਖਾਈ ਜਾ ਰਹੀ ਹੈ ਉਹ ਗੱਲਾਂ ਕੁਝ ਹੋਰ ਨੇ, ਜੋ ਐਕਚੁਅਲ ਚੀਜ਼ਾਂ ਨੇ ਜਿਸ ਤੇ ਗੱਲ ਹੀ ਨਹੀਂ ਹੋ ਰਹੀ ਹੈ, ਚਰਚਾ ਹੀ ਨਹੀਂ ਹੋ ਰਹੀ ਹੈ। ਜਿੱਦਾਂ ਦੀ ਸਾਡੇ ਸਾਹਮਣੇ ਇੱਕ ਸਥਿਤੀ ਬਣ ਕੇ ਆ ਰਹੀ ਹੈ, ਉਹ ਕੋਈ ਸੁਖਾਵੀਂ ਸਥਿਤੀ ਨਹੀਂ ਹੈ। ਆਉਣ ਵਾਲਾ ਸਮਾਂ ਜਿਹੜਾ ਹੈ ਕੋਈ ਸੌਖਾ ਸਮਾਂ ਨਹੀਂ ਆ ਰਿਹਾ ਲੋਕਾਂ ਦੇ ਲਈ। ਆਉਣ ਵਾਲਾ ਸਮਾਂ ਹੋਰ ਜ਼ਿਆਦਾ ਮੁਸ਼ਕਿਲ ਭਰਿਆ ਆ ਰਿਹਾ ਹੈ। ਜਿਹੜੀ ਤੁਸੀਂ ਰੁਪਈਏ ਦੀ ਗੱਲ ਕੀਤੀ, ਦੇਖੋ ਆਪਾਂ ਇਹ ਸੋਚਦੇ ਵੀ ਇਹ ਤਾਂ ਕੌਮਾਂਤਰੀ ਲੈਵਲ ਦੇ ਉੱਤੇ, ਕੌਮਾਂਤਰੀ ਪੱਧਰ ਦੇ ਉੱਤੇ ਰੁਪਈਏ ਦੀ ਗੱਲ ਹੁੰਦੀ ਹੈ। ਅਸੀਂ ਆਮ ਲੋਕਾਂ ਨੇ ਰੁਪਈਏ ਤੋਂ ਕੀ ਲੈਣਾ? ਨਹੀਂ, ਰੁਪਈਆ ਸਾਨੂੰ ਮਾਰ ਰਿਹਾ। ਜੇ ਰੁਪਈਆ ਡਿੱਗ ਰਿਹਾ, ਰੁਪਈਆ 82, 82.5, 83 ਜਾਂ ਜਿੰਨੇ ਤੋਂ ਵੀ ਥੱਲੇ ਆ ਰਿਹਾ ਹੈ, ਜੋ ਵੀ ਐਸਟੀਮੇਟ ਸਰਕਾਰ ਨੇ ਲਾਏ ਹੈ, ਇਹ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਇਹਦੀ ਮਾਰ ਜਿਹੜੀ ਹੈ ਪੈਂਦੀ ਹੈ। ਉਹ ਕਿਸ ਤਰੀਕੇ ਨਾਲ ਪੈਂਦੀ ਹੈ? ਦੇਖੋ ਰੁਪਈਏ ਦੇ ਨਾਲ ਕੀ ਹੁੰਦਾ, ਜਿੱਦਾਂ ਜਿੱਦਾਂ ਸਾਡਾ ਰੁਪਈਆ ਟੁੱਟਦਾ ਹੈ ਡਾਲਰ ਦੇ ਮੁਕਾਬਲੇ, ਸਾਨੂੰ ਜ਼ਿਆਦਾ ਪੇਮੈਂਟ ਕਰਨੀ ਪੈਂਦੀ ਹੈ ਪੈਟਰੋਲ ਡੀਜ਼ਲ ਦੇ ਲਈ। ਜਿੰਨੀ ਜ਼ਿਆਦਾ ਸਾਡੇ ਕੋਲ ਪੈਟਰੋਲ ਡੀਜ਼ਲ ਦੀ ਅਸੀਂ ਪੇਮੈਂਟ ਕਰਾਂਗੇ, ਸਾਡਾ ਫੋਰਨ ਐਕਸਚੇਂਜ ਜਿਹੜਾ ਰੁਪਈਆ ਸਾਡੇ ਕੋਲ ਜਿੰਨੀ ਫੋਰਨ ਐਕਸਚੇਂਜ ਡਾਲਰ ਜਿੰਨਾ ਅਸੀਂ ਆਪਣੇ ਕੋਲ ਸੰਭਾਲ ਕੇ ਰੱਖਿਆ ਹੋਇਆ, ਜੋ ਅਸੀਂ ਅਰਜਿਤ ਕੀਤਾ ਇੰਨੇ ਸਾਲਾਂ ਦੇ ਵਿੱਚ, ਉਹਦਾ ਆਊਟਫਲੋ ਵੱਧ ਜਾਂਦਾ। ਸਾਨੂੰ ਜ਼ਿਆਦਾ ਡਾਲਰ, ਕਿਉਂਕਿ ਪੇਮੈਂਟਾਂ ਜਿਹੜੀਆਂ ਨੇ ਡਾਲਰ ਦੇ ਵਿੱਚ ਹੁੰਦੀਆਂ ਨੇ, ਸਾਨੂੰ ਉਹਦੀ ਜ਼ਿਆਦਾ ਪੇਮੈਂਟ ਕਰਨੀ ਪੈਂਦੀ ਹੈ। ਜਿੰਨੀ ਜ਼ਿਆਦਾ ਅਸੀਂ ਪੇਮੈਂਟ ਕਰਾਂਗੇ, ਸਾਡਾ ਰੁਪਈਆ ਹੋਰ ਜ਼ਿਆਦਾ ਥੱਲੇ 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 ਗਿਰਦਾ ਜਾਏਗਾ। ਜਿੰਨਾ ਰੁਪਈਆ ਥੱਲੇ ਗਿਰੇਗਾ, ਓਨਾ ਹੀ ਸਾਡੇ ਕੋਲ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਜਿਹੜੇ ਹਿੰਦੁਸਤਾਨ ਦੇ ਵਿੱਚ ਇਨਵੈਸਟ ਕਰਦੇ, ਕਿਉਂਕਿ ਸਾਡੀ ਸਾਖ ਗਿਰ ਰਹੀ ਹੈ। ਰੁਪਈਆ ਗਿਰਨ ਦਾ ਮਤਲਬ ਹੈ ਸਾਡੀ ਸਾਖ ਗਿਰਨਾ। ਉਹ ਲੋਕਾਂ ਨੇ ਪੈਸਾ ਸਾਡੇ ਕੋਲ ਨਹੀਂ ਲਾਉਣਾ। ਉਹ ਲੋਕ ਬਾਕੀ ਜਿਹੜੇ ਮੁਲਕ ਨੇ ਜਿਨ੍ਹਾਂ ਦੀ ਸਾਖ ਠੀਕ ਹੈ, ਉਹਨਾਂ ਮੁਲਕਾਂ ਵੱਲ ਨੂੰ ਲੈ ਕੇ ਜਾਣਗੇ। ਜਾਂ ਜੇ ਬਾਕੀ ਮੁਲਕਾਂ ਦੀ ਵੀ ਸਾਖ ਟੁੱਟ ਰਹੀ ਹੈ, ਤਾਂ ਉਹ ਰੁਪਈਆ, ਉਹ ਜਿਹੜਾ ਪੈਸਾ ਜਿਨ੍ਹਾਂ ਨੇ ਲਾਉਣਾ ਕਿਸੇ ਮੁਲਕ ਦੇ ਵਿੱਚ, ਉਹ ਅਮਰੀਕਾ ਵੱਲ ਨੂੰ ਉਸ ਪੈਸੇ ਨੂੰ ਸਿੱਧਤ ਕਰਨਗੇ, ਉੱਥੇ ਪੈਸਾ ਲੈ ਜਾਣਗੇ। ਤਾਂ ਇਸ ਕਰਕੇ ਇੱਕ ਪਾਸੇ ਤਾਂ ਸਾਡੇ ਕੋਲ ਪੈਸਾ ਘੱਟ ਆਏਗਾ, ਦੂਜੇ ਪੱਖੋਂ ਕੀ ਹੋਏਗਾ ਕਿ ਸਾਡਾ ਆਊਟਫਲੋ ਵੱਧ ਰਿਹਾ, ਪੈਸਾ ਨਿਕਾਸੀ ਜਿਹੜੀ ਹੈ ਉਹ ਜ਼ਿਆਦਾ ਹੋ ਜਾਏਗੀ। ਤਾਂ ਇਹਨਾਂ ਚੀਜ਼ਾਂ ਦੇ ਨਾਲ ਮਹਿੰਗਾਈ ਜਿਹੜੀ ਹੈ ਉਹ ਹੋਰ ਵੱਧਦੀ ਹੈ। ਜੋ ਅਸੀਂ ਦੇਖ ਰਹੇ ਹਾਂ, ਜਿੰਨਾ ਪੈਟਰੋਲ ਡੀਜ਼ਲ ਨੂੰ ਅਸੀਂ ਜ਼ਿਆਦਾ, ਪੈਟਰੋਲ ਡੀਜ਼ਲ ਦੇ ਉੱਤੇ ਜਿੰਨਾ ਜ਼ਿਆਦਾ ਅਸੀਂ ਖਰਚਾ ਕਰ ਰਹੇ ਹਾਂ, ਜਿੰਨਾ ਪੈਸੇ ਦੀ ਨਿਕਾਸੀ ਹਿੰਦੁਸਤਾਨ ਚੋਂ ਬਾਹਰ ਜਾ ਰਹੀ ਹੈ, ਉਨਾ ਰੁਪਈਆ ਗਿਰ ਰਿਹਾ, ਉਨੀ ਹਿੰਦੁਸਤਾਨ ਦੀ ਸਾਖ ਗਿਰ ਰਹੀ ਹੈ, ਉਨੀ ਮਹਿੰਗਾਈ ਸਾਡੇ ਲਈ ਵਧੀ ਜਾ ਰਹੀ ਹੈ। ਮਹਿੰਗਾਈ ਵਧਣ ਦੇ ਨਾਲ ਕੀ ਹੋਏਗਾ? ਰਿਜ਼ਰਵ ਬੈਂਕ ਨੂੰ ਵਿਆਜ ਵਧਾਉਣੇ ਪੈਣਗੇ। ਜਿੰਨੇ ਵਿਆਜ ਵਧਣਗੇ, ਉਹਨਾਂ ਜਿਹੜਾ ਪ੍ਰਾਈਵੇਟ ਖੇਤਰ ਹੈ ਉਹ ਕਰਜ਼ੇ ਨਹੀਂ ਚੁੱਕੇਗਾ। ਜਿਹੜੀ ਨੌਕਰੀਆਂ ਪ੍ਰਾਈਵੇਟ ਖੇਤਰ ਦੇ ਵਿੱਚੋਂ ਨਿਕਲਦੀਆਂ ਸੀ, ਸਰਕਾਰੀ ਨੂੰ ਤਾਂ ਭੁੱਲ ਹੀ ਜਾਈਏ ਅਸੀਂ, ਤਾਂ ਉਹ ਨੌਕਰੀਆਂ ਨਹੀਂ ਨਿਕਲਣਗੀਆਂ। ਦੂਜੀ ਜਿਹੜੀ ਗੱਲ ਇਸੇ ਲੀਗ ਦੇ ਵਿੱਚ ਆਉਂਦੀ ਹੈ ਕਿ ਸਰਕਾਰ ਜਿਹੜੀ ਹੈ ਸਭ ਤੋਂ ਵੱਧ ਕਰਜ਼ਾ ਲੈਣ ਵਾਲੀ ਸਰਕਾਰ ਹੈ। ਜੇ ਵਿਆਜ ਵੱਧ ਜਾਏਗਾ ਤਾਂ ਸਰਕਾਰ ਉਹ ਕਰਜ਼ਾ ਨਹੀਂ ਲਏਗੀ। ਜੇ ਸਰਕਾਰ ਕਰਜ਼ਾ ਨਹੀਂ ਚੁੱਕੇਗੀ, ਲੋਕਾਂ ਦੀ ਭਲਾਈ ਦੇ ਜਿੰਨੇ ਪ੍ਰੋਗਰਾਮ ਨੇ ਉਹਨਾਂ ਤੇ ਖਰਚਾ ਕੌਣ ਕਰੇਗਾ? ਸਰਕਾਰ ਨੇ ਆਪਣਾ ਹੱਥ ਘੁੱਟ ਲੈਣਾ। ਅਲਟੀਮੇਟਲੀ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਵੀ ਇਹ ਇਦਾਂ ਨਹੀਂ ਹੈ ਵੀ ਇਹ ਕੌਮਾਂਤਰੀ ਪੱਧਰ ਦੀ ਗੱਲ ਹੈ, ਇਹ ਆਮ ਲੋਕਾਂ ਤੱਕ ਪਹੁੰਚਣ ਵਾਲੀ ਗੱਲ ਹੈ, ਸਮਝਣ ਵਾਲੀ ਗੱਲ ਹੈ ਕਿ ਇਹ ਸਾਡੇ ਲਈ ਨੁਕਸਾਨ ਵਾਲੀ ਗੱਲ ਹੋ ਰਹੀ ਹੈ। ਨਾ ਪ੍ਰਾਈਵੇਟ ਖੇਤਰ ਚੋਂ ਸਾਨੂੰ ਨੌਕਰੀਆਂ ਮਿਲਣੀਆਂ, ਨਾ ਸਰਕਾਰੀ ਖੇਤਰ ਚੋਂ ਸਾਨੂੰ ਨੌਕਰੀਆਂ ਮਿਲਣੀਆਂ, ਨਾ ਸਰਕਾਰ ਦੇ ਜਿਹੜੇ ਭਲਾਈ ਪ੍ਰੋਗਰਾਮ ਹੈ ਉਹਨਾਂ ਉੱਤੇ ਖਰਚਾ ਹੋਏਗਾ, ਔਰ ਮਹਿੰਗਾਈ ਦੀ ਮਾਰ ਸਾਨੂੰ ਅੱਡ ਮਾਰਦੀ ਰਹੇਗੀ। ਸੋ ਰਾਜੀਵ ਜੀ, what can be the future? ਹੋ ਸਕਦਾ ਕਿ ਰੁਪਈਆ ਸਟਰੋਂਗ ਹੋਵੇ, ਮੁੜ ਤੋਂ ਆਪਣੀ ਪੁਰਾਣੀ ਸਥਿਤੀ ਤੇ ਆਵੇ। ਹੋ ਸਕਦਾ ਸਾਡੀ ਅਰਥ ਵਿਵਸਥਾ ਮੁੜ ਤੋਂ ਸਟਰੋਂਗ ਹੋਵੇ ਔਰ ਅਸੀਂ 5 ਟ੍ਰਿਲੀਅਨ ਡਾਲਰ ਦੀ ਇਕੋਨਮੀ ਨੂੰ ਅਚੀਵ ਕਰ ਸਕੀਏ। ਜੋ ਅੱਛੇ ਦਿਨ ਅਸੀਂ ਸੁਣਦੇ ਆ ਰਹੇ ਹਾਂ, ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ, ਅਸੀਂ ਸੁਣਦੇ ਹਾਂ, ਸਾਨੂੰ ਇਹ ਪਤਾ ਲੱਗਦਾ ਕਿ ਹੁਣੇ ਇਹਨਾਂ ਗੱਲਾਂ ਦੀ ਫੂਕ ਨਿਕਲ ਜਾਣੀ ਹੈ, ਔਰ ਅਸੀਂ ਦੇਖਦੇ ਹੀ ਪਏ ਹਾਂ ਫੂਕ ਨਿਕਲੀ ਪਈ ਹੈ ਇਹਨਾਂ ਗੱਲਾਂ ਦੀ। ਡੂ ਯੂ ਥਿੰਕ ਕਿ ਰੁਪਈਆ ਫਿਰ ਤੋਂ ਸਟਰੋਂਗ ਹੋ ਸਕਦਾ? ਫਿਰ ਤੋਂ ਸਾਡੀ ਅਰਥ ਵਿਵਸਥਾ ਟਰੈਕ 'ਤੇ ਆ ਕੇ ਸਟਰੋਂਗ ਹੋ ਸਕਦੀ ਹੈ ਔਰ ਸਾਡਾ ਭਵਿੱਖ
ਵਧੀਆ ਹੋ ਸਕਦਾ। ਸੁਨਹਿਰੀ ਤਾਂ ਹਜੇ ਮੈਂ ਨਹੀਂ ਕਹਿ ਸਕਦਾ, ਕਿਉਂਕਿ ਉਹ ਫਿਰ ਗੱਲਾਂ ਕਰਨ ਵਾਲੀ ਗੱਲ ਹੋਈ ਕਿ ਅਸੀਂ ਜ਼ਿਆਦਾ ਹੀ ਜ਼ਰੂਰਤ ਤੋਂ ਜ਼ਿਆਦਾ ਹੀ ਆਪਟੀਮਿਸਟਿਕ ਹੋ ਗਏ ਹਾਂ। ਹਰ ਗੱਲ 'ਤੇ ਕਹਿ ਦਿੰਦੇ ਹਾਂ ਕਿ ਹਾਂਜੀ ਸੁਨਹਿਰੀ ਭਵਿੱਖ ਹੈ। ਆਪਟੀਮਿਸਟਿਕ ਹੋਣਾ ਬਹੁਤ ਵਧੀਆ ਗੱਲ ਹੈ, ਪਰ ਸੱਚਾਈ ਨੂੰ ਵੀ ਦੇਖਣਾ ਚਾਹੀਦਾ ਹੈ ਨਾ। ਉਹ ਨਾ ਹੋਵੇ ਬਿੱਲੀ ਸਾਹਮਣੇ ਖੜੀ ਹੈ ਤੇ ਕਬੂਤਰ ਵਾਕਣ ਅੱਖਾਂ ਮੀਚ ਕੇ ਬੈਠੇ ਰਹੀਏ ਕਿ ਸਭ ਕੁਝ ਆਪਟੀਮਿਸਟਿਕ ਹੈ, ਉਹ ਵੀ ਨਹੀਂ। ਤੇ ਨੈਗੇਟਿਵ ਹੋਣ ਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਤੁਸੀਂ ਸਭ ਕੁਝ ਹੀ ਨੈਗੇਟਿਵ ਕਹੀ ਜਾ ਰਹੇ ਹੋ। ਨੈਗੇਟਿਵ ਹੋਣ ਦਾ ਮਤਲਬ ਹੈ ਕਿ ਤੁਸੀਂ ਅਲਰਟ ਹੋ, ਤੁਹਾਨੂੰ ਪਤਾ ਸੱਚਾਈ ਕੀ ਹੈ, ਤੁਹਾਨੂੰ ਪਤਾ ਕਿ ਕੀ ਕਦਮ ਚੁੱਕਣੇ ਚਾਹੀਦੇ ਨੇ ਇਸ ਸਾਰੀ ਸਥਿਤੀ ਨੂੰ ਸੰਭਾਲਣ ਵਾਸਤੇ। ਤੁਸੀਂ ਅਲਰਟ ਹੋ, ਉਹਦਾ ਮਤਲਬ ਹੈ ਤੁਸੀਂ ਨੈਗੇਟਿਵ ਦਾ ਮਤਲਬ ਅਲਰਟ ਹੋ। ਸੋ ਅਲਰਟ ਕਿੱਦਾਂ ਹੋਈਏ, ਸਭ ਕੁਝ ਸੰਭਾਲੀਏ ਕਿੱਦਾਂ, ਇਹ ਆਖਰੀ ਸਵਾਲ ਹੈ ਮੇਰਾ ਤੁਹਾਡੇ ਕੋਲੋਂ। ਦੇਖੋ ਜੀ, ਜੋ ਹਾਲਾਤ ਬਣ ਰਹੇ ਹੋ ਤਾਂ ਸੁਖਾਵੇਂ ਨਹੀਂ ਹੈ, ਤੁਸੀਂ ਜਿਹੜੀ ਗੱਲ ਕੀਤੀ ਹੈ। ਲੇਕਿਨ ਸਾਡਾ ਮਕਸਦ ਇਹਨਾਂ ਪ੍ਰੋਗਰਾਮਾਂ ਦੇ ਥਰੂ ਇਹ ਨਹੀਂ ਹੁੰਦਾ ਵੀ ਅਸੀਂ ਲੋਕਾਂ ਨੂੰ ਡਰਾਈਏ ਜਾਂ ਲੋਕਾਂ ਤੱਕ ਇਦਾਂ ਦਾ ਕੋਈ ਡਰ ਜਿਹੜਾ ਕ੍ਰੀਏਟ ਕਰ ਦਈਏ। ਸਾਡਾ ਮਕਸਦ ਇਹ ਹੈ ਵੀ ਸਾਡੀ ਜਿਹੜੇ ਲੋਕ ਨੁਮਾਇੰਦੇ ਨੇ ਲੋਕਾਂ ਦੇ, ਉਹਨਾਂ ਤੱਕ ਗੱਲ ਪਹੁੰਚੇ ਔਰ ਉਹ ਠੀਕ ਟਾਈਮ ਤੇ ਇਹੋ ਜਿਹੀਆਂ ਨੀਤੀਆਂ ਬਣਾਉਣ ਜਿਹੜੀਆਂ ਲੋਕਾਂ ਦੀ ਭਲਾਈ ਵਾਲੇ ਪੱਖ ਦੀਆਂ ਹੋਣ, ਪਹਿਲੀ ਚੀਜ਼। ਦੂਜੀ ਜਿਹੜੀ ਚੀਜ਼ ਤੁਸੀਂ ਪੁੱਛਿਆ ਵੀ ਆਉਣ ਵਾਲਾ ਟਾਈਮ ਦੇ ਵਿੱਚ ਕਿੱਥੇ ਤੱਕ ਰੁਪਈਆ ਗਿਰ ਸਕਦਾ ਹੈ ਜਾਂ ਕੀ ਸਾਨੂੰ ਨਜ਼ਰ ਆ ਸਕਦਾ, ਦੇਖੋ ਇਹ ਕਹਿਣਾ ਤਾਂ ਬਹੁਤ ਮੁਸ਼ਕਿਲ ਹੈ। ਇਸ ਚੀਜ਼ ਦੇ ਬਾਰੇ ਕੋਈ ਐਸਟੀਮੇਟ ਨਹੀਂ ਦਿੱਤੇ ਜਾ ਸਕਦੇ ਵੀ ਰੁਪਈਆ ਕਿੱਥੇ ਤੱਕ ਗਿਰੇਗਾ ਜਾਂ ਵਿਆਜ ਕਿੱਥੇ ਤੱਕ ਵਧੇਗਾ। ਇਹ ਸਭ ਡਿਪੈਂਡ ਕਰਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ। ਜੇ ਮਹਿੰਗਾਈ ਅਮਰੀਕਾ ਦੇ ਵਿੱਚ ਵੱਧਦੀ ਹੈ, ਉੱਥੇ ਵਿਆਜ ਵਧੇਗਾ। ਜਦੋਂ US ਦਾ ਫੈਡ ਜਿਹੜਾ ਉੱਥੇ ਦਾ ਸੈਂਟਰਲ ਬੈਂਕ ਹੈ ਉਹ ਵਿਆਜ ਵਧਾਏਗਾ, ਬਾਕੀ ਸਾਰੇ ਮੁਲਕਾਂ ਨੂੰ ਵਿਆਜ ਵਧਾਉਣੇ ਪੈਣੇ। ਕੋਈ ਵੀ ਮੁਲਕ ਦਾ ਸੈਂਟਰਲ ਬੈਂਕ ਪਿੱਛੇ ਨਹੀਂ ਰਹੇਗਾ। ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਸਿਰਫ ਚੀਨ ਔਰ ਜਾਪਾਨ ਦੇ 2 ਬੈਂਕ ਨੇ ਜਿਨ੍ਹਾਂ ਨੇ ਵਿਆਜ ਨਹੀਂ ਵਧਾਏ, ਬਾਕੀ ਸਭ ਨੇ ਵਧਾਏ ਕਿਉਂਕਿ ਉੱਥੇ ਆਪਣੀਆਂ ਪ੍ਰੋਬਲਮਸ ਹੈ ਉਹਨਾਂ ਦੀਆਂ, ਉਹ ਆਪਾਂ ਕਿਸੇ ਹੋਰ ਵੇਲੇ ਉਹਦੀ ਚਰਚਾ ਕਰ ਲਾਂਗੇ। ਦੂਜੀ ਚੀਜ਼ ਜਿਹੜੀ ਹੈ, ਹਿੰਦੁਸਤਾਨ ਦੇ ਲਈ RBI ਨੇ ਜਿਹੜੇ ਐਸਟੀਮੇਟਸ ਦਿੱਤੇ ਆ, ਸਤੰਬਰ ਦੇ ਵਿੱਚ ਮੀਟਿੰਗ ਹੋਈ ਹੈ, ਜੋ ਉੱਥੋਂ ਨਿਕਲ ਕੇ ਸਾਹਮਣੇ ਆਇਆ, ਤਾਂ ਇਹਨਾਂ ਦੇ ਐਸਟੀਮੇਟਸ ਜਿਹੜੇ ਨੇ RBI ਦੇ, ਉਹ ਕਹਿੰਦੇ ਨੇ ਵੀ ਜਿਹੜਾ ਰੁਪਈਆ ਹੈ ਉਹ 80 ਦੇ ਉੱਤੇ, ਕਿਸੇ ਜ਼ਮਾਨੇ ਦੇ ਵਿੱਚ 75 ਦੇ ਉੱਤੇ ਜਾਂ 76 ਰੁਪਈਏ ਦੇ ਉੱਤੇ ਸਾਰੀ ਜਿਹੜੇ ਐਸਟੀਮੇਟ ਸੀ, ਸਾਰੇ ਅੰਕੜੇ ਜਿਹੜੇ ਸੀ ਉਹ ਬੁਣਦੇ ਸੀ। ਐਤਕੀ ਉਹਨਾਂ ਦੇ ਐਸਟੀਮੇਟਸ ਜਿਹੜੇ ਨੇ 80 ਤੇ ਹੈ। ਜਦੋਂ 80 RBI ਲਾ ਕੇ ਚੱਲਿਆ, ਅਸੀਂ ਮਾਰਕੀਟ ਦੇ ਵਿੱਚ ਸੋਚ ਸਕਦੇ ਹਾਂ ਵੀ ਅਸੀਂ ਕਿੱਥੇ ਤੱਕ ਪਹੁੰਚਾਂਗੇ, ਪਹਿਲੀ ਚੀਜ਼। ਦੂਜੀ ਇਹਦੇ ਵਿੱਚ ਚੀਜ਼ ਇਹ ਆਉਂਦੀ ਹੈ, RBI ਨੇ ਹੀ ਜਿਹੜੀ ਪੈਟਰੋਲ ਡੀਜ਼ਲ ਦੀ ਡਿਮਾਂਡ, ਜਿਹੜੀ ਪੈਟਰੋਲ ਡੀਜ਼ਲ ਦੀ ਮਹਿੰਗਾਈ ਹੈ ਉਹ ਇਹ ਲਾ ਕੇ ਚੱਲੇ ਵੀ $100 ਪ੍ਰਤੀ ਬੈਰਲ ਰਹੇਗੀ ਕੌਮਾਂਤਰੀ ਪੱਧਰ ਦੇ ਉੱਤੇ, ਜੋ ਕਿ ਹੋ ਰਹੀ ਹੈ। ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇਹਦੀ ਚਰਚਾ ਕਰ ਰਹੇ ਹਾਂ, ਤਾਂ $98 ਪ੍ਰਤੀ ਬੈਰਲ ਹੈ। ਇਹਦਾ ਮਤਲਬ ਹਿੰਦੁਸਤਾਨ ਦੇ ਵਿੱਚ ਜਿਹੜੀ ਆਮ ਲੋਕਾਂ ਨੂੰ ਕੋਈ ਉਮੀਦ ਸੀ ਕਿ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਪੈਟਰੋਲ ਡੀਜ਼ਲ ਸਰਕਾਰ ਸਸਤਾ ਕਰ ਦੇਗੀ, ਉਹਦੀ ਉਮੀਦ ਖਤਮ ਹੋ ਚੁੱਕੀ ਹੈ। ਤੀਸਰੀ ਚੀਜ਼ ਇਸੇ ਦੇ ਵਿੱਚ RBI ਨੇ ਇਹ ਗੱਲ ਕਹੀ ਹੈ ਵੀ ਆਉਣ ਵਾਲੀਆਂ ਤਿਮਾਹੀਆਂ ਦੇ ਵਿੱਚ ਜਿਹੜੀ ਗਰੋਥ ਦੀ ਦਰ ਹੈ ਉਹ ਵੀ ਘਟ ਰਹੇਗੀ, 4% ਦੇ ਲਾਗੇ ਰਹੇਗੀ। ਇਹਦਾ ਮਤਲਬ ਹੈ ਵੀ ਇੰਪਲੋਇਮੈਂਟ ਜਨਰੇਸ਼ਨ ਜਿਹੜੀ ਹੈ ਉਹ ਨਹੀਂ ਹੋਏਗੀ। ਹੁਣ ਇਹ 3 ਚੀਜ਼ਾਂ ਬਣਦੀਆਂ ਨੇ। ਸਾਡੇ ਕੋਲ ਇੰਪੋਰਟਡ ਇਨਫਲੇਸ਼ਨ ਜਿਹੜੀ ਹੈ, ਇੰਪੋਰਟਡ ਮਹਿੰਗਾਈ ਬਾਹਰੋਂ ਤੇਲ ਦੀ, ਡੀਜ਼ਲ ਦੀ, ਸਟੀਲ ਦੀ, ਫਰਟੀਲਾਈਜ਼ਰ ਦੀ, ਇਹ ਆਉਂਦੀ ਰਹੇਗੀ, ਪਹਿਲੀ ਚੀਜ਼। ਰਿਜ਼ਰਵ ਬੈਂਕ ਵਿਆਜ ਜਿਹੜਾ ਹੈ ਉਹ ਵੱਧ ਰੱਖੇਗਾ, ਜਿਹਦੇ ਕਰਕੇ ਲੋਕਾਂ ਦੀ ਭਲਾਈ ਨਹੀਂ ਹੋ ਸਕਦੀ, ਕਿਉਂਕਿ ਨਾ ਕੰਪਨੀਆਂ ਪੈਸਾ ਚੱਕਣਗੀਆਂ, ਨਾ ਸਰਕਾਰ ਜ਼ਿਆਦਾ ਪੈਸਾ ਚੱਕੇਗੀ। ਜੇ ਚੱਕੇਗੀ ਵੀ ਸਰਕਾਰ ਜਾਂ ਕੰਪਨੀਆਂ ਤਾਂ ਉਹ ਨੌਕਰੀਆਂ ਘੱਟ ਦੇਣਗੀਆਂ, ਕਿਉਂਕਿ ਉਹਨਾਂ ਦੇ ਲਈ ਮਹਿੰਗਾਈ ਉਨੀ ਉਹਨਾਂ ਦੇ ਲਈ ਵੀ ਵੱਧ ਰਹੀ ਹੈ, ਕਾਸਟ ਆਫ ਪ੍ਰੋਡਕਸ਼ਨ ਵੱਧ ਰਹੀ ਹੈ। ਤੀਸਰੀ ਚੀਜ਼ ਜਿਹੜੀ ਹੈ, ਆਮ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਦੇ ਰਹਿਣਾ ਪਏਗਾ, ਖਾਸ ਕਰਕੇ ਜਿਹੜਾ ਪੇਂਡੂ ਖੇਤਰ ਹੈ। ਜਦ ਤੱਕ ਖਾਣੇ ਦੀਆਂ ਵਸਤਾਂ ਦੀਆਂ ਕੀਮਤਾਂ ਨਹੀਂ ਘਟਦੀਆਂ, ਕਿਉਂਕਿ ਸਾਡੇ ਸਾਹਮਣੇ ਇੱਕ ਜਿਹੜੀ ਚੀਜ਼ ਹੈ, ਖੰਨਾ ਸਾਹਿਬ ਆਪਣੀ ਰਹਿ ਗਈ ਸੀਗੀ, ਮੈਂ ਉਸ ਚੀਜ਼ ਨੂੰ ਮੁੜ ਕੇ ਉਚਾਰ ਦਿੰਦਾ ਵੀ ਲੰਪੀ ਸਕਿਨ ਡਿਜ਼ੀਜ਼ ਵਰਗੀਆਂ ਸਮੱਸਿਆਵਾਂ ਆ ਗਈਆਂ, ਜਿਹਦੇ ਕਰਕੇ ਪੇਂਡੂ ਖੇਤਰ ਦੇ ਲੋਕ ਜਿਹੜੇ ਐਨੀਮਲ ਰੀਅਰਿੰਗ ਦੇ ਨਾਲ, ਜਾਨਵਰਾਂ ਦੇ ਨਾਲ ਦੁੱਧ ਵੇਚ ਕੇ ਪੈਸਾ ਕਮਾਉਂਦੇ ਸੀ, ਉਹਨਾਂ ਦੇ ਖਰਚੇ ਵੱਧ ਗਏ ਨੇ। ਉਸ ਪਾਸੇ ਉਹਨਾਂ ਦਾ ਖਰਚਾ ਵੱਧ ਗਿਆ, ਇਨਕਮ ਘਟ ਗਈ ਹੈ। ਉਹਨਾਂ ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਣਾ ਪੈਂਦਾ ਆਪਣੇ ਜਾਨਵਰਾਂ ਨੂੰ, ਜਿਹਦੇ ਕਰਕੇ ਕੀਮਤਾਂ ਵੱਧ ਗਈਆਂ ਨੇ, ਉਹਨਾਂ ਦੀ ਕਾਸਟ ਜਿਹੜੀ ਹੈ ਵੱਧ ਗਈ ਹੈ, ਪ੍ਰੋਡਕਸ਼ਨ ਘਟ ਗਈ। ਦੂਜਾ, ਜਿਹੜੀ ਮੌਨਸੂਨ ਐਤਕੀ ਜਿਹੜਾ ਰਿਹਾ ਅਨਬੈਲੈਂਸਡ ਰਿਹਾ,
ਮੌਨਸੂਨ ਜਿਹੜਾ ਹੈ ਸਾਰੇ ਖੇਤਰਾਂ ਦੇ ਵਿੱਚ ਬਰਾਬਰ ਮੌਨਸੂਨ ਦੀ ਬਾਰਿਸ਼ ਨਹੀਂ ਹੋਈ ਹੈ ਤੇ ਧਾਨ ਦੀ ਜਿਹੜੀ ਖੇਤੀ ਹੈ ਉਹ ਘਟ ਗਈ ਹੈ, ਜਿਹੜਾ ਚੌਲਾਂ ਦਾ ਰਕਬਾ ਉਹ ਵੀ ਘਟਿਆ ਹੈ। ਤਾਂ ਇਦਾਂ ਦੀਆਂ ਪ੍ਰੋਬਲਮਸ ਨੇ ਜਿਹਦੇ ਕਰਕੇ ਹਜੇ ਇਦਾਂ ਲੱਗਦਾ ਵੀ ਆਉਣ ਵਾਲੇ ਘੱਟੋ ਘੱਟ 6 ਮਹੀਨੇ ਕੋਈ ਸੁਖਾਵੀਂ ਜਿਹੜੀਆਂ ਗਤੀਵਿਧੀਆਂ ਨੇ ਉਹ ਸਾਹਮਣੇ ਨਜ਼ਰ ਨਹੀਂ ਆ ਰਹੀਆਂ। ਜੀ ਰਾਜੀਵ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਅਸੀਂ ਆਪਣੇ ਪ੍ਰੋਗਰਾਮ ਦਾ ਮਕਸਦ ਇਹ ਕभी नहीं रखते कि लोगों को डराया जाए, नो नैवर, कभी नहीं डराना, बल्कि सच्चाई बयान करना। क्योंकि जो सच्चाई दिखती है, जो सच्चाई बिल्कुल क्रिस्टल क्लीयर होंगी है, उदों तुसी तुरदे हो उस समस्या नूं हल करन वाल। उदों तुहाडी ये भावना बनती है कि इस समस्या नूं हल किदां कीता जाए, की स्ट्रैटेजी होनी चाहिए है, की रोड मैप होना चाहिए। सो तुसी अपना रोड मैप, अपनी स्ट्रैटेजी, अपनी खोज साडे नाल सांझी करदे हो, इसलिए तुहाडा बेहद शुक्रिया। थैंक यू सो मच। असीं जी राजीव जी, तो असी अपने दर्शकों में गुजारिश करांगे कि तुसी अपने विचार सानू जरूर इनबॉक्स करिया करो इस सबजैक्ट के उत्ते जो भी असी लैके आने पंजाब चर्चा दे विच तुहाडे लई। ते साडा चैनल पंजाब मिल USA TV सबसक्राइब करो। सत श्री अकाल।